ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਪੈਸਾ ਤੇ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਬਹੁਤ ਹੀ ਅਹਿਮ ਟੌਪਿਕ ਦੇ ਬਾਰੇ ਵਿੱਚ। ਗੱਲ ਕਰਨ ਲੱਗਿਆ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੇ ਬਾਰੇ ਵਿੱਚ। ਸੋ ਜੇਕਰ ਤੁਸੀਂ ਕੈਨੇਡਾ ਵਿੱਚ ਹੈਗੇ ਹੋ ਜਾਂ ਕੈਨੇਡਾ ਆਉਣ ਦਾ ਪਲਾਨ ਕਰ ਰਹੇ ਹੋ, ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਹੈ, ਚਾਹੇ ਉਹ ਸੁਪਰ ਵੀਜ਼ਾ ਇੰਸ਼ੋਰੈਂਸ ਹੋਵੇ ਚਾਹੇ ਉਹ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਹੋਵੇ। ਜੇ ਤੁਸੀਂ ਇੱਥੇ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ ਵੀ ਪਹੁੰਚੇ ਹੋਏ ਹੋ ਕਿ ਤੁਹਾਡੇ ਲਈ ਵੀ ਇੱਥੇ ਇੰਸ਼ੋਰੈਂਸ ਕਰਵਾਉਣਾ ਜ਼ਰੂਰੀ ਹੈ। ਸੋ ਇੰਸ਼ੋਰੈਂਸ ਦੇ ਬਾਰੇ ਵਿੱਚ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ, ਖਾਸ ਤੌਰ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੇ ਬਾਰੇ ਵਿੱਚ। ਤੁਹਾਡਾ ਕੋਈ ਵੀ ਸਵਾਲ ਹੈਗਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਟਰੂਪੈਕਸ ਫਾਈਨੈਂਸ਼ੀਅਲ ਤੋਂ ਮਿਸਟਰ ਵਿਕਰਮ ਜੰਜੂਆ ਜੀ। ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਮੈਮ। ਕੀ ਹਾਲ ਚਾਲ? ਬਹੁਤ ਵਧੀਆ ਜੀ। ਸੋ ਟੌਪਿਕ ਹਰ ਵਾਰੀ ਤੁਸੀਂ ਨਵੇਂ ਲੈ ਕੇ ਆਉਂਦੇ ਹੋ। ਅੱਜ ਦਾ ਜਿਹੜਾ ਟੌਪਿਕ ਹੈ ਉਹ ਤਾਂ ਵੈਸੇ ਹੀ ਕਾਫੀ ਜ਼ਿਆਦਾ ਸਾਡੇ ਖਾਸ ਤੌਰ ਤੇ ਸਾਡੀ ਕਮਿਊਨਿਟੀ ਬਹੁਤ ਇਸ ਦੇ ਬਾਰੇ ਵਿੱਚ ਜਾਣਨਾ ਚਾਹੁੰਦੀ ਹੈ। ਸੋ ਸਟਾਰਟਿੰਗ ਆਪਾਂ ਥੋੜੀ ਜਿਹੀ ਵਿਜ਼ਟਰ ਵੀਜ਼ਾ ਤੋਂ ਕਰ ਲੈਂਦੇ ਹਾਂ। ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਿੰਨੀ ਕੁ ਜ਼ਰੂਰੀ ਹੈ ਕੈਨੇਡਾ ਵਿੱਚ ਵਿਜ਼ਟਰ ਵੀਜ਼ਾ ਇੰਸ਼ੋਰੈਂਸ? ਦੇਖੋ, ਬੀਇੰਗ ਕੈਨੇਡੀਅਨ ਜਾਂ ਪਰਮਨੈਂਟ ਰੈਜ਼ੀਡੈਂਟ, ਸ਼ਾਇਦ ਅਸੀਂ ਇਸ ਚੀਜ਼ ਨੂੰ ਨਾ ਮਹਿਸੂਸ ਕਰ ਸਕੇ ਵੀ ਕਿੰਨੀ ਕੁ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਕਿਸੇ ਐਮਰਜੈਂਸੀ 'ਚ ਵੀ ਜਾਂਦੇ ਹਸਪੀਟਲ ਦੇ ਵਿੱਚ ਤੇ ਸਾਡੀ ਟ੍ਰੀਟਮੈਂਟ ਫ੍ਰੀ ਹੁੰਦੀ ਹੈਗੀ ਹੈ। ਪਰ ਜਿਹੜੇ ਨਾਨ ਕੈਨੇਡੀਅਨਸ ਨੇ ਜਾਂ ਜਿਹੜੇ ਪਰਮਨੈਂਟ ਰੈਜ਼ੀਡੈਂਟ ਨੇ ਜਾਂ ਜਿਹਨਾਂ ਕੋਲ ਉਹ ਕਾਰਡ ਜਾਂ ਗਵਰਨਮੈਂਟ ਦਾ ਪ੍ਰੋਵਿੰਸ਼ੀਅਲ ਹੈਲਥ ਕਾਰਡ ਨਹੀਂ ਹੈ, ਚਾਹੇ ਉਹ ਕਿਸੇ ਵੀ ਪ੍ਰੋਵਿੰਸ 'ਚ ਰਹਿੰਦੇ ਆ, ਇਟ ਮੀਨਸ ਉਹਨਾਂ ਨੂੰ ਅਨਇੰਸ਼ੋਰਡ ਜਾਂ ਅਗਰ ਉਹਨਾਂ ਕੋਲ ਆਪਣੀ ਪਰਸਨਲ ਇੰਸ਼ੋਰੈਂਸ ਹੈ ਲੇਕਿਨ ਉਹਨਾਂ ਨੂੰ ਉਹ ਕਾਰਡ 'ਚ ਕਵਰੇਜ ਨਹੀਂ ਹੈਗੀ ਹੈ, ਹੈਲਥ ਕਾਰਡ 'ਚ ਕਵਰੇਜ ਨਹੀਂ ਹੈਗੀ। ਹੁਣ ਅਗਰ ਉਹਨਾਂ ਨੂੰ ਕੋਈ ਐਮਰਜੈਂਸੀ ਹੁੰਦੀ ਹੈਗੀ ਆ, ਫੋਰ ਐਗਜ਼ਾਮਪਲ ਮੈਂ ਆਪਣੇ ਲੋਕਲ ਇੱਥੇ ਹਸਪੀਟਲ ਦੀ ਗੱਲ ਕਰ ਲਾਂ, ਇਫ ਸਮਵਨ ਹੈਜ਼ ਐਨ ਐਮਰਜੈਂਸੀ, ਉਹਨਾਂ ਨੂੰ ਉੱਥੇ ਜਾਣਾ ਪੈ ਜਾਏ ਤੇ $1000 ਸਿਰਫ ਇੱਕ, ਜਿਹਨੂੰ ਅਸੀਂ ਇੰਡੀਆ 'ਚ ਕਹਿੰਦੇ ਨਾ ਪਰਚੀ ਕਟਵਾਈ ਹੈਗੀ ਹੈ ਵੀ ਉਹ ਤਾਂ 50 ਰੁਪਏ ਦੀ ਜਾਂ 100 ਰੁਪਏ ਦੀ ਪਰਚੀ ਕਟਾਈ, ਇੱਥੇ ਉਹ ਪਰਚੀ ਕਟਾਈ $1000 ਦੀ ਸਿਰਫ ਪਰਚੀ ਕਟਾਈ। ਉਸ ਤੋਂ ਬਾਅਦ $250 ਡਾਕਟਰ ਲਵੇਗਾ ਸਿਰਫ ਵਿਜ਼ਿਟ ਕਰਨ ਦੇ, ਬਾਕੀ ਟ੍ਰੀਟਮੈਂਟ ਦਾ ਜਿਹੜਾ ਖਰਚਾ ਆਵੇਗਾ ਉਹ ਆਪਾਂ ਕਹਿ ਨਹੀਂ ਸਕਦੇ, ਉਹ ਵੱਖਰਾ ਹੋਵੇਗਾ। ਹੁਣ ਜਦੋਂ ਅਸੀਂ ਇਹਨੂੰ ਮਹਿਸੂਸ ਕਰਦੇ ਹਾਂ ਜਦੋਂ ਖਰਚਾ ਜਦੋਂ ਆਉਂਦਾ ਹੈਗਾ, ਕਿਉਂਕਿ ਆਲ ਆਫ ਸਡਨ ਇੱਕਦਮ ਦੇ ਵਿੱਚ ਅਸੀਂ ਐਮਰਜੈਂਸੀ 'ਚ ਲੈ ਕੇ ਗਏ, ਕਿਉਂਕਿ ਅਸੀਂ ਤਾਂ ਪੇਸ਼ੈਂਟ ਨੂੰ ਸੇਵ ਕਰਨਾ ਹਰ ਹਾਲਤ 'ਚ, ਔਰ ਉਸ ਵੇਲੇ ਵੀ ਹੈਵ ਸਮਥਿੰਗ, ਜਾਂ ਤਾਂ ਅਸੀਂ ਪੈਸੇ ਆਪਣੀ ਜੇਬ 'ਚ ਖਰਚਾਂਗੇ ਜਾਂ ਫਿਰ ਕੋਈ ਐਸਾ ਸਿਸਟਮ ਹੋਏਗਾ ਜਿਹਦੇ ਵਿੱਚ ਕਿ ਐਟਲੀਸਟ ਜਿਹੜੀ ਸਾਡੀ ਇੰਸ਼ੋਰੈਂਸ ਹੈਗੀ ਹੈ ਤੇ ਉਹ ਉਹਨੂੰ ਪੇ ਕਵਰ ਕਰ ਸਕੇ। ਹੁਣ ਫੋਰ ਐਗਜ਼ਾਮਪਲ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਨਾ, ਹਾਰਟ ਅਟੈਕ ਹੋਇਆ ਕਿਸੇ ਨੂੰ, ਹੈ ਨਾ, ਜਿਹੜਾ ਕਿ ਆਪਣੇ ਖਿੱਤੇ ਦੇ ਵਿੱਚ ਇਹ 2-4 ਚੀਜ਼ਾਂ ਬੜੀਆਂ ਕਾਮਨ ਹੈਗੀਆਂ ਨੇ, ਕਿਉਂਕਿ ਹਾਰਟ ਦੀ ਪ੍ਰੋਬਲਮ ਸਾਡੇ ਲੋਕਾਂ 'ਚ ਬਹੁਤ ਜ਼ਿਆਦਾ ਹੈਗੀ ਹੈ ਨਾ। ਹੁਣ ਅਗਰ ਹਾਰਟ ਅਟੈਕ ਹੋਇਆ, ਹੁਣ ਹਾਰਟ ਅਟੈਕ ਦੇ ਵਿੱਚ ਡੈਫੀਨਿਟਲੀ ਜਿਹੜਾ ਮੈਂ $1000 ਦਾ ਕੱਲੀ ਐਮਰਜੈਂਸੀ ਦਾ ਖਰਚਾ ਦੱਸਿਆ, ਹੁਣ ICU ਦੇ ਵਿੱਚ $6000 ਪਰ ਡੇ ਦਾ ਖਰਚਾ ਹੈਗਾ। ਅਗਰ 4 ਦਿਨ ਵੀ ਤੁਸੀਂ ਰਹਿ ਗਏ ਤਾਂ 24-25 ਤੁਸੀਂ ਕੱਲਾ ਉਹਦਾ ਕਰਦਾ। ਬਾਕੀ ਜੇ ਕਿਤੇ ਪੇਸ ਮੇਕਰ ਜਾਂ ਹੋਰ ਕੁਝ ਪੈ ਗਿਆ 15-20 ਹਜ਼ਾਰ ਉਹਦਾ ਖਰਚਾ, ਯਾਨੀ ਕਿ ਟੋਟਲ $1 ਲੱਖ ਤੱਕ ਦਾ ਜਿਹੜਾ ਖਰਚਾ ਹੈਗਾ ਉਹ ਸਿਰਫ ਤੁਹਾਡਾ ਇੱਕ ਹਾਰਟ ਦੀ ਪ੍ਰੋਬਲਮ ਤੁਹਾਨੂੰ ਦੇ ਸਕਦੀ ਹੈ। ਹੁਣ ਅਗਰ ਤੁਸੀਂ ਇੱਥੇ ਇੰਸ਼ੋਰੈਂਸ ਨਹੀਂ ਕਰਵਾਉਂਦੇ ਤੇ ਸਮਵਨ ਹੈਜ਼ ਟੂ ਪੇ ਦਾ ਮਨੀ। ਓਕੇ, ਜਾਂ ਤਾਂ ਤੁਸੀਂ ਪੇ ਕਰ ਰਹੇ ਹੋ ਜਿਹੜੇ ਤੁਸੀਂ ਨਾਲ ਗਏ ਹੈਗੇ ਹੋ ਕਿਉਂਕਿ ਤੁਹਾਡਾ ਪੇਸ਼ੈਂਟ ਹੈਗੇ ਨੇ, ਜਾਂ ਉਹ ਪੇਸ਼ੈਂਟ ਖੁਦ ਪੇ ਕਰ ਰਿਹਾ ਹੈਗਾ। ਅਲਟੀਮੇਟਲੀ ਸਮਵਨ ਹੈਜ਼ ਟੂ ਪੇ ਦਾ ਬਿਲ। ਹੁਣ ਅਗਰ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਈ ਤੇ ਉਹਦਾ ਫਿਰ ਕੀ ਹੋਵੇਗਾ? ਤੁਹਾਡੀ ਕਲੈਕਸ਼ਨ ਦੇ ਵਿੱਚ ਪੈਸੇ ਜਾਣਗੇ, ਤੁਹਾਡੀ ਰਿਸਪੌਂਸਿਬਿਲਿਟੀ ਫਿਕਸ ਕੀਤੀ ਹੋ ਜਾਵੇਗੀ ਕਿ ਯੈਸ ਯੂ ਹੈਵ ਟੂ ਪੇ ਦਾ ਮਨੀ। ਸੋ ਇਟਸ ਆਲਵੇਜ਼ ਰეკਮੈਂਡਡ ਕਿ ਅਗਰ ਕੋਈ ਪੇਸ਼ੈਂਟ, ਕੋਈ ਜਿਹੜਾ ਵਿਜ਼ਿਟਰ ਹੈ ਅਗਰ ਕੈਨੇਡਾ 'ਚ ਆ ਰਿਹਾ ਹੈਗਾ ਤੇ ਇਹ ਸੋਚ ਕੇ ਇੱਥੇ ਚੱਲੇ ਕਿ ਇੱਥੇ ਮੈਡੀਕਲ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਨੇ ਬਹੁਤ ਅੱਛੀਆਂ ਨੇ। ਸਿਟੀਜ਼ਨਸ ਔਰ PRs ਜਾਂ ਵਰਕ ਪਰਮਿਟ ਵਾਲਿਆਂ ਨੂੰ ਜਿਹਨਾਂ ਕੋਲ ਗਵਰਨਮੈਂਟ ਦੇ ਹੈਲਥ ਕਾਰਡਸ ਹੈਗੇ ਉਹਨਾਂ ਨੂੰ ਫ੍ਰੀ ਹੈ, ਬਟ ਜਿਹੜੇ ਆਊਟਸਾਈਡਰਸ ਨੇ ਉਹਨਾਂ ਨੂੰ ਕੁਝ ਵੀ ਫ੍ਰੀ ਨਹੀਂ ਹੈਗਾ, ਦੇ ਹੈਵ ਟੂ ਪੇ ਦਾ ਬਿਲ। ਜੀ, ਐਂਬੂਲੈਂਸ ਹੈਗੀ ਆ, ਖੈਰ ਬੀਇੰਗ ਉਹ ਕਾਰਡ ਹੋਲਡਰ ਅਸੀਂ ਵੀ ਐਂਬੂਲੈਂਸ ਦੀ ਕੁਝ ਪੇਮੈਂਟ ਦਿੰਦੇ ਹਾਂ, ਟੋਕਨ ਮਨੀ ਹੈਗੀ ਆ, ਲੇਕਿਨ ਉਹਨਾਂ ਲਈ $250 ਦੀ ਪੇਮੈਂਟ ਦੇਣੀ ਪੈਂਦੀ ਹੈ ਜਦੋਂ ਅਸੀਂ ਕਾਲ ਕਰਦੇ ਹਾਂ ਵੀ ਐਮਰਜੈਂਸੀ ਹੈਗੀ ਆ, ਐਂਬੂਲੈਂਸ ਫਟਾਫਟ ਆ ਜਾਂਦੀ ਹੈ, ਬਟ ਦੇ ਚਾਰਜ $245 ਫॉर ਜਿਹੜਾ ਕਿ ਨਾਨ ਕੈਨੇਡੀਅਨ ਹੈਗਾ। ਸੋ ਇਟ ਮੇਕ ਸੈਂਸ ਕਿ ਅਸੀਂ ਇੰਸ਼ੋਰੈਂਸ ਜਿਹੜੀ ਹੈਗੀ ਹੈ ਟਰੈਵਲ ਇੰਸ਼ੋਰੈਂਸ ਕਰਵਾਈਏ, ਉਹ ਚਾਹੇ ਹੁਣ ਸੁਪਰ ਵੀਜ਼ਾ ਤੇ ਕੋਈ ਆਇਆ ਸੁਪਰ ਵੀਜ਼ਾ ਲਈ ਕਰਵਾਏਗਾ ਜਾਂ ਵਿਜ਼ਿਟਰ ਹੈਗਾ ਵਿਜ਼ਿਟਰ ਵੀਜ਼ਾ ਤੇ ਕਰਵਾਏਗਾ। ਇਹ ਹੋਣੀ ਚਾਹੀਦੀ ਹੈ। ਇਹਨਾਂ ਦੀ ਟਰਮ ਯੂਜ਼ ਕਰਦੇ ਹੋ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੋ ਇਹਨੂੰ ਲੈ ਕੇ ਅਕਸਰ ਸਾਡੀ ਕਮਿਊਨਿਟੀ ਦੇ ਵਿੱਚ ਕਨਫਿਊਜ਼ਨ ਪਾਈ ਜਾਂਦੀ ਹੈ ਕਿ ਇਹਨਾਂ ਦੀਆਂ ਇੰਸ਼ੋਰੈਂਸਸ ਅਲੱਗ-ਅਲੱਗ ਹੁੰਦੀਆਂ ਨੇ ਜਾਂ ਫਿਰ ਇਹ ਇੱਕੋ ਹੀ ਚੀਜ਼ ਆ, ਕਿ ਇਹਨਾਂ ਦੇ ਵਿੱਚ ਕੋਈ ਫਰਕ ਵੀ ਹੈਗਾ? ਇਹਨਾਂ ਦੇ ਵਿੱਚ ਫਰਕ ਸਿਰਫ ਇਹ ਚੀਜ਼ ਹੈ ਕਿ ਜਦੋਂ ਉਹਨੂੰ ਕੈਟਾਗਰਾਈਜ਼ ਕੀਤਾ ਜਾਂਦਾ ਕਿ ਸੁਪਰ ਵੀਜ਼ਾ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਲਈ ਕੁਝ ਰਿਕੁਆਇਰਮੈਂਟ ਹੈਗੀ ਆ। ਓਕੇ,
ਜਦੋਂ ਮੈਂ ਐਜ਼ ਅ ਵਿਜ਼ਿਟਰ ਵਿਜ਼ਿਟ ਕਰਦਾ ਹੈਗਾ, ਯਾਨੀ ਕਿ ਕੋਈ ਵੀ ਅਗਰ ਇੱਥੇ ਵਿਜ਼ਿਟਰ ਆਉਂਦਾ ਹੈਗਾ ਤੇ ਉਹਦਾ ਸਟੇ ਪੀਰੀਅਡ ਜਿਹੜਾ ਹੈਗਾ ਐਜ਼ ਪਰ ਰੂਲ ਜਿੱਦਾਂ ਹੈਗਾ ਮਿਨੀਮਮ ਪਹਿਲਾਂ 6 ਮੰਥਸ ਦਾ ਸਟੇ ਹੈਗਾ। ਸੋ ਇਟ ਮੀਨਸ ਅਗਰ 6 ਮੰਥਸ ਤੋਂ ਜ਼ਿਆਦਾ ਸਟੇ ਕਰਦਾ ਹੈ ਤਾਂ ਐਕਸਟੈਂਸ਼ਨਸ ਲੈ ਕੇ ਉਹ ਸਟੇ ਕਰ ਸਕਦਾ ਹੈਗਾ, ਲੇਕਿਨ ਐਜ਼ ਪਰ ਰੂਲ ਉਹ ਇੱਕ ਸਟੇ ਉਹਦਾ 6 ਮੰਥਸ ਦਾ ਹੀ ਹੋਵੇਗਾ। ਜਿਹੜਾ ਸੁਪਰ ਵੀਜ਼ਾ ਹੈਗਾ, ਹੁਣ ਰੀਸੈਂਟ ਚੇਂਜਸ ਹੋਈਆਂ ਨੇ ਕਿ ਸੁਪਰ ਵੀਜ਼ਾ ਦੇ ਵਿੱਚ ਜਿਹੜੀ ਹੈਗੀ ਹੈ ਤੁਹਾਡੀ ਇੱਕ ਸਟੇ 5 ਸਾਲ ਦੀ ਹੋ ਸਕਦੀ ਹੈਗੀ, ਜਿੱਦਾਂ ਪਹਿਲੇ ਲਾਸਟ ਮੰਥ ਤੋਂ ਪਹਿਲਾਂ ਇਹ ਸੀਗਾ ਕਿ 2 ਸਾਲ ਦੀ ਸਟੇ ਹੁੰਦੀ ਸੀਗੀ, ਲੇਕਿਨ ਹੁਣ ਜੁਲਾਈ ਤੋਂ ਔਨਵਰਡਸ ਇਹ ਚੀਜ਼ ਹੈਗੀ ਕਿ ਉਹ ਜਿਹੜੀ ਸਟੇ ਇੱਕ ਸਟੇ ਜਿਹੜੀ ਲਗਾਤਾਰ 5 ਸਾਲ ਦੀ ਹੋ ਸਕਦੀ ਹੈ। ਹੁਣ ਗਵਰਨਮੈਂਟ ਨੇ ਇੱਕ ਮੈਂਡੇਟਰੀ ਇਹ ਚੀਜ਼ ਬਣਾਈ ਹੈ। ਪਹਿਲੀ ਗੱਲ ਇਹ ਹੈਗਾ ਕਿ ਵਿਜ਼ਿਟਰ ਜਿਹੜਾ ਹੈਗਾ ਉਹ ਕਿਸੇ ਵੀ ਉਮਰ ਦਾ ਹੋ ਸਕਦਾ ਹੈ, ਯੰਗ ਵੀ ਹੋ ਸਕਦਾ ਹੈਗਾ। ਹੁਣ ਉਹਦੇ ਕਰਕੇ ਉਹਦੀ ਰਿਕੁਆਇਰਮੈਂਟ ਜਿਹੜੀ ਹੈਗੀ ਆ, ਹੈਲਥ ਰਿਕੁਆਇਰਮੈਂਟ ਵੀ ਡਿਫਰੈਂਟ ਹੋਵੇਗੀ। ਪਰ ਸੁਪਰ ਵੀਜ਼ਾ ਜਿਹੜਾ ਹੈਗਾ ਆਲਮੋਸਟ ਉਸ ਉਮਰ ਦੇ ਵਿੱਚ ਹੋਵੇਗਾ ਜਿਹੜੀ ਕਿ ਵੱਡੀ ਉਮਰ ਹੈਗੀ, ਜਿੱਦਾਂ ਪੈਰੈਂਟਸ ਜਾਂ ਗ੍ਰੈਂਡ ਪੈਰੈਂਟਸ ਹੈਗੇ। ਹੁਣ ਪੈਰੈਂਟਸ ਜਾਂ ਗ੍ਰੈਂਡ ਪੈਰੈਂਟਸ ਦੀ ਐਸੀ ਉਮਰ ਹੈਗੀ ਜਿੱਥੇ ਕਿ ਮੈਡੀਕਲ ਕੰਡੀਸ਼ਨਸ ਜਾਂ ਤਾਂ ਪੁਰਾਣੀਆਂ ਜਾਂ ਨਵੀਆਂ ਡਿਵੈਲਪ ਹੋਣ ਦੇ ਚਾਂਸਸ ਜ਼ਿਆਦਾ ਹੈਗੇ ਨੇ। ਫਿਰ ਗਵਰਨਮੈਂਟ ਨੇ ਕਿਹਾ ਕਿ ਕਿਸੇ ਤਰੀਕੇ ਨਾਲ ਜਿਹੜਾ ਕੈਨੇਡੀਅਨ ਸਿਸਟਮ ਹੈਗਾ ਉਹ ਤੇ ਜ਼ਿਆਦਾ ਬੋਝ ਨਾ ਪਵੇ ਤੇ ਐਟਲੀਸਟ ਐਵਰੀਵਨ ਸ਼ੁੱਡ ਹੈਵ ਦਾ ਇੰਸ਼ੋਰੈਂਸ। ਹੁਣ ਅਗਰ ਤੁਸੀਂ ਵਿਜ਼ਿਟਰ ਆਉਂਦੇ ਹੋ ਤਾਂ ਤੁਹਾਡੇ ਤੇ ਕੋਈ ਕੰਪਲਸ਼ਨ ਨਹੀਂ ਹੈਗੀ ਕਿ ਤੁਸੀਂ ਇੰਸ਼ੋਰੈਂਸ ਕਰਵਾਉਣੀ ਹੈ ਨਹੀਂ ਕਰਵਾਉਣੀ, ਦੈਟ ਇਜ਼ ਯੂਅਰ ਚੋਇਸ। ਪਰ ਅਗਰ ਤੁਸੀਂ ਸੁਪਰ ਵੀਜ਼ਾ ਤੇ ਆਉਂਦੇ ਹੋ ਡੈਫੀਨਿਟਲੀ ਇਟ ਇਜ਼ ਅ ਮੈਂਡੇਟਰੀ ਕੰਡੀਸ਼ਨ। ਜਦੋਂ ਤੁਸੀਂ ਸੁਪਰ ਵੀਜ਼ਾ ਅਪਲਾਈ ਵੀ ਕਰਨਾ ਹੈ, ਰਿਕੁਆਇਰਮੈਂਟ ਹੈ, ਇੱਕ ਮੈਂਡੇਟਰੀ ਰਿਕੁਆਇਰਮੈਂਟ ਹੈਗੀ ਹੈ ਕਿ ਉਹਦੀ ਜਿਹੜੀ 100,000 ਦੀ ਕਵਰੇਜ ਚਾਹੀਦੀ ਹੈਗੀ ਆ, 365 ਦਿਨ ਦੀ ਕਵਰੇਜ ਚਾਹੀਦੀ ਹੈਗੀ ਆ, ਪਲੱਸ ਇਹ ਕਿ ਉਹ ਕੈਨੇਡੀਅਨ ਇੰਸ਼ੋਰਰ ਤੋਂ ਹੀ ਪਲਾਨ ਖਰੀਦੀ ਹੋਈ ਰਹਿਣੀ ਚਾਹੀਦੀ ਹੈ। ਵਿਜ਼ਿਟਰ ਦੇ ਵਿੱਚ ਐਸੀ ਕੋਈ ਕੰਡੀਸ਼ਨ ਨਹੀਂ ਹੈਗੀ। ਉਹ 'ਚ ਤੁਸੀਂ 50,000 ਦੀ ਕਵਰੇਜ ਲੈਣਾ ਚਾਹੁੰਦੇ ਹੋ, ਤੁਸੀਂ ਜਿੰਨੀ ਦੇਰ ਦਾ ਤੁਹਾਡਾ ਸਟੇ ਹੈਗਾ ਤੁਸੀਂ ਉਹ ਕਵਰੇਜ ਲੈਣਾ ਚਾਹੁੰਦੇ ਹੋ, ਯੂ ਕੈਨ ਹੈਵ ਦੈਟ ਵਨ। ਪਰ ਬੇਸਿਕਲੀ ਪਲਾਨਸ ਆਰ ਸੇਮ। ਤੁਸੀਂ ਜਿਵੇਂ ਪਲਾਨਸ ਦੀ ਗੱਲ ਕੀਤੀ ਹੈ, ਜਦੋਂ ਕੋਈ ਟਰੈਵਲ ਕਰਦਾ ਹੈ ਤੇ ਇਹਦੇ ਵਿੱਚ ਕਿਹੜੇ-ਕਿਹੜੇ ਪਲਾਨਸ ਜਾਂ ਕੀ ਚੀਜ਼ਾਂ ਕਵਰ ਹੋ ਸਕਦੀਆਂ ਨੇ? ਜਦੋਂ ਕੈਨੇਡਾ ਨੂੰ ਕਿਸੇ ਨੇ ਆਉਣਾ ਹੈ ਤਾਂ ਟ੍ਰਿਪ ਕਰਨੀ ਹੈ ਕੋਈ, ਤਾਂ ਕਿਹੜੇ-ਕਿਹੜੇ ਪਲਾਨਸ ਕਵਰ ਹੋ ਸਕਦੇ? ਇਹਦੇ ਵਿੱਚ ਬੇਸਿਕਲੀ ਤਰੁਣ ਜੀ ਸਾਰੀਆਂ ਚੀਜ਼ਾਂ ਹੀ ਕਵਰ ਹੁੰਦੀਆਂ ਨੇ। ਹਸਪੀਟਲਾਈਜੇਸ਼ਨ ਤੋਂ ਲੈ ਕੇ ਟ੍ਰੀਟਮੈਂਟ ਹੋ ਗਈ, ਲੈਬ ਟੈਸਟ ਹੋ ਗਏ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਫਿਰ ਮਸਾਜ ਥੈਰੇਪਿਸਟ, ਕਾਇਰੋਪ੍ਰੈਕਟਰ, ਜਿਹੜੇ ਪੈਰਾਮੈਡਿਕਸ ਦੀਆਂ ਸਰਵਿਸਿਜ਼ ਹੈਗੀਆਂ ਨੇ, ਐਂਬੂਲੈਂਸ ਦੀ ਸਰਵਿਸ ਹੋ ਗਈ, ਡਿਊਟੀ ਨਰਸ ਹੋ ਗਈ, ਕਾਫੀ ਸਾਰੀ ਐਕਸਟੈਂਸਿਵ ਇਹਦੇ ਵਿੱਚ ਕਵਰੇजेस ਹੈਗੀਆਂ ਨੇ ਕਿ ਉਸ ਵਿਅਕਤੀ ਦੇ ਜਿਹੜਾ ਉਹਦਾ ਹੋਸਟ ਹੈਗਾ ਐਟਲੀਸਟ ਉਹਨੂੰ ਆਪਣੀ ਜੇਬ 'ਚੋਂ ਪੈਸੇ ਪਾਉਣ ਦੀ ਲੋੜ ਨਹੀਂ। ਅਗਰ ਉਹ ਇੰਸ਼ੋਰਡ ਹੈਗਾ ਤਾਂ ਉਹਦੇ ਵਿੱਚ ਲਗਭਗ ਸਾਰੀਆਂ ਹੀ ਕੰਡੀਸ਼ਨਸ ਕਵਰ ਹੋ ਜਾਂਦੀਆਂ ਨੇ। ਬਟ ਇੱਕ ਚੀਜ਼ ਕਵਰ ਨਹੀਂ ਹੁੰਦੀ ਹੈਗੀ, ਉਹਨੂੰ ਅਸੀਂ ਐਕਸਕਲੂਜਨਸ ਕਹਿੰਦੇ ਹੈਗੇ ਕਿ ਅਗਰ ਕੋਈ ਵਿਅਕਤੀ ਪ੍ਰੀ ਐਗਜ਼ਿਸਟਿੰਗ ਉਹਨੂੰ ਕੋਈ ਪ੍ਰੋਬਲਮ ਹੈਗੀ ਆ, ਫੋਰ ਐਗਜ਼ਾਮਪਲ ਉਹ ਆਲਰੇਡੀ ਹੀ ਕੋਈ ਮੈਡੀਸਿਨ ਲੈ ਰਿਹਾ ਹੈਗਾ ਆਪਣੀ ਹੋਮ ਕੰਟਰੀ ਦੇ ਵਿੱਚ, ਹੁਣ ਇੱਥੇ ਆ ਕੇ ਉਹ ਕਹਿੰਦੇ ਨੇ ਕਿ ਉਸ ਜਿਹੜੀ ਦਵਾਈ ਨੂੰ ਰੀਪਲੈਨਿਸ਼ ਕੀਤਾ ਜਾਵੇ, ਯਾਨੀ ਕਿ ਉਹਨੂੰ ਦੁਬਾਰਾ ਉਸੇ ਦਵਾਈ ਨੂੰ ਪ੍ਰਸਕ੍ਰਿਪਸ਼ਨ ਦੇ ਰੂਪ 'ਚ ਮਿਲ ਜਾਵੇ, ਉਹ ਨਹੀਂ ਹੋ ਸਕਦੀ। ਠੀਕ ਹੈ। ਅਗਰ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਤਾਂ ਉਹਦੇ ਕਰਕੇ ਅਗਰ ਕੋਈ ਹੋਰ ਕੰਪਲਿਕੇਸ਼ਨ ਹੁੰਦੀ ਆ ਦੈਟ ਇਜ਼ ਕਵਰਡ। ਲੇਕਿਨ ਫੋਰ ਐਗਜ਼ਾਮਪਲ ਅਗਰ ਕੋਈ ਡਾਇਬੀਟੀਜ਼ ਦੀ ਮੈਡੀਸਿਨ ਲੈ ਰਿਹਾ ਹੈਗਾ, ਹੁਣ ਡਾਇਬੀਟੀਜ਼ ਦੀ ਮੈਡੀਸਿਨ ਲੈਣ ਦਾ ਮਤਲਬ ਹੈਗਾ ਕਿ ਅਗਰ ਉਹ ਇੱਥੇ ਆ ਕੇ ਕਹੇ ਕਿ ਮੈਨੂੰ ਹੁਣ ਉਹ ਮੈਡੀਸਿਨ ਇੱਥੇ ਕੰਟੀਨਿਊ ਮਿਲ ਜਾਏ ਤੇ ਉਹ ਕਵਰ ਨਹੀਂ ਹੋਏਗਾ। ਠੀਕ ਹੈ। ਸੋ ਇਟ ਮੀਨਸ ਕਿ ਅਗਰ ਉਹ ਆਉਂਦੇ ਨੇ ਤਾਂ ਉਹਨਾਂ ਨੂੰ ਆਪਣੇ ਜਿੰਨੀ ਵੀ ਉਹਨਾਂ ਨੂੰ ਕੁਆਂਟੀਟੀ ਚਾਹੀਦੀ ਕਿ ਦੇ ਸ਼ੁੱਡ ਬ੍ਰਿੰਗ ਫਰਮ देयर कंट्री ਜਾਂ ਫਿਰ ਇੱਥੇ ਆ ਕੇ ਫਿਰ ਉਹਨਾਂ ਨੂੰ ਬਾਈ ਕਰਨੀ ਪਵੇਗੀ, ਲੇਕਿਨ ਇੰਸ਼ੋਰੈਂਸ ਉਹਨੂੰ ਕਵਰ ਨਹੀਂ ਕਰੇਗੀ। ਸੋ ਜਦੋਂ ਤੁਸੀਂ ਕਵਰੇਜ ਦੀ ਗੱਲ ਕਰਦੇ ਹੋ ਕਿ ਇਹ ਜਿਵੇਂ ਸਮਝੋ ਕਿਸੇ ਨੇ ਪੰਜਾਬ ਤੋਂ ਇੱਥੇ ਕੈਨੇਡਾ ਵਿੱਚ ਆਉਣਾ ਤੇ ਉਹਨਾਂ ਨੇ ਓਨਟਾਰੀਓ ਵਿੱਚ ਆਪਣੀ ਫੈਮਿਲੀ ਕੋਲ ਆਏ ਨੇ, ਬਟ ਹੁਣ ਕੈਨੇਡਾ ਵਿੱਚ ਆ ਕੇ ਓਨਟਾਰੀਓ ਤੋਂ ਉਹਨਾਂ ਨੇ ਅੱਗੇ BC ਦੇ ਵਿੱਚ ਉਹਨਾਂ ਨੇ ਟਰੈਵਲ ਕਰਨੇ ਆ, ਸੋ ਕੀ ਇਹ ਪ੍ਰੋਵਿੰਸ ਟੂ ਪ੍ਰੋਵਿੰਸ ਇਹ ਕਰ ਲੈਣੀ ਪੈਣੀ ਹੈ ਜਾਂ ਇਹ ਇੱਕ ਵਾਰੀ ਲੈ ਲਈ ਤਾਂ ਕੈਨੇਡਾ ਵਾਈਡ ਤੁਸੀਂ ਕਿਤੇ ਵੀ ਜਾ ਸਕਦੇ ਹੋ? ਨਹੀਂ, ਇਹ ਤੁਸੀਂ ਕੈਨੇਡਾ ਵਾਈਡ ਵੀ ਕਿਤੇ ਜਾ ਸਕਦੇ ਹੋ। ਇੱਕ ਇਹ ਚੀਜ਼ ਹੈਗੀ ਕਿ ਇਟ ਇਜ਼ ਨਾਟ ਕਿ ਤੁਸੀਂ ਓਨਟਾਰੀਓ ਉਤਰੇ ਹੈਗੇ ਤਾਂ ਉਸ ਤੋਂ ਬਾਅਦ ਤੁਸੀਂ ਕਿਤੇ ਹੋਰ ਜਾਂਦੇ ਕਵਰ ਨਹੀਂ ਕਰੇਗੀ, ਡੈਫੀਨਿਟ ਵਿਲ ਕਵਰ। ਇਸ ਤੋਂ ਬਾਅਦ ਇਹ ਵੀ ਚੀਜ਼ ਹੈਗੀ ਕਿ ਅਗਰ ਤੁਸੀਂ ਸੋਚਦੇ ਹੋ ਕਿ ਹਾਂ ਮੈਂ ਓਨਟਾਰੀਓ ਜਾਂ ਮੈਂ ਕੈਨੇਡਾ ਥੋੜੀ ਦੇਰ ਰਿਹਾ ਤਾਂ ਨਾਓ ਆਈ ਵਾਂਟ ਟੂ ਗੋ ਟੂ US ਟੂ ਵਿਜ਼ਿਟ ਸਮ ਰਿਲੇਟਿਵਸ ਜਾਂ ਘੁੰਮਣ ਫਿਰਨ ਜਾਣਾ, ਤਾਂ ਇਹ ਉੱਥੇ ਵੀ ਕਵਰੇਜ ਕਰੇਗੀ। ਲੇਕਿਨ ਕੰਡੀਸ਼ਨ ਇਹ ਹੈਗੀ ਹੈ ਕਿ ਤੁਹਾਡਾ 50% ਜਿਹੜਾ ਸਟੇ ਹੈਗਾ ਆ ਉਹ ਕੈਨੇਡਾ ਵਿੱਚ ਹੋਇਆ ਹੋਣਾ ਚਾਹੀਦਾ ਹੈ। ਠੀਕ ਹੈ। ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਆਏ ਹੋ ਇੱਥੇ, ਤੁਸੀਂ ਇੱਥੇ ਤੇ ਰਹੇ ਹੋ 10 ਦਿਨ, ਤੁਸੀਂ ਉਸ ਤੋਂ ਬਾਅਦ US ਚਲੇ ਗਏ ਤਾਂ ਤੁਸੀਂ ਹੁਣ 25-30 ਦਿਨ ਦੇ US ਬੈਠੇ ਹੋ ਤਾਂ ਤੁਹਾਡੀ ਕਵਰੇਜ ਖਤਮ ਹੋ ਜਾਣੀ ਹੈ, ਕਿਉਂਕਿ ਹਾਫ ਆਫ ਦਾ ਟਾਈਮ ਜਿਹੜਾ ਹੈਗਾ ਤੁਹਾਡਾ ਕੈਨੇਡਾ 'ਚ ਹੋਇਆ ਹੋਣਾ ਚਾਹੀਦਾ, ਤਾਂ ਹੀ ਤੁਸੀਂ ਉੱਥੇ ਜਾ ਸਕਦੇ ਹੋ। ਚਾਹੇ ਤੁਸੀਂ US ਜਾਂਦੇ ਹੋ, ਚਾਹੇ ਯੂਰਪ ਜਾਂਦੇ ਹੋ, ਕਿਤੇ ਵੀ ਜਾਂਦੇ ਹੋ ਐਕਸੈਪਟ ਯੂਅਰ ਹੋਮ ਕੰਟਰੀ। ਫੋਰ ਐਗਜ਼ਾਮਪਲ ਹੁਣ ਕਿਸੇ ਨੇ ਇੰਸ਼ੋਰੈਂਸ ਕਰਵਾ ਲਈ, ਇੰਸ਼ੋਰੈਂਸ ਦੀ ਕਵਰੇਜ ਪੂਰੇ ਸਾਲ ਦੀ ਲੈ ਲਈ, ਜਿਹਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਕਹਿੰਦੇ ਹੈਗੇ। ਹੁਣ ਉਹ ਆ ਗਏ ਇੱਥੇ ਆ ਕੇ US ਵੀ ਘੁੰਮ ਲਿਆ, ਯੂਰਪ ਵੀ ਘੁੰਮ ਲਿਆ, ਦੇ ਆਰ ਕਵਰਡ ਫॉर दैट। ਪਰ ਹੁਣ ਉਹ ਅਗਰ ਇੰਡੀਆ ਵਾਪਸ ਜਾਂਦੇ ਨੇ, ਭਾਵੇਂ ਉਹ 10 ਦਿਨ ਉੱਥੇ ਰਹਿੰਦੇ ਨੇ, ਭਾਵੇਂ ਮਹੀਨਾ ਰਹਿੰਦੇ ਨੇ, ਉਸ ਦੌਰਾਨ ਉਹਨਾਂ ਦੀ ਕਵਰੇਜ ਨਹੀਂ ਹੋਵੇਗੀ। ਤੁਹਾਡੀ ਆਪਣੀ ਹੋਮ ਕੰਟਰੀ 'ਚ ਵਾਪਸ ਜਾਣ ਤੇ ਤੁਹਾਡੀ ਕਵਰੇਜ ਨਹੀਂ ਹੋਵੇਗੀ, ਲੇਕਿਨ ਆਊਟ ਆਫ ਯੂਅਰ ਹੋਮ ਕੰਟਰੀ ਯੂ ਆਰ ਕਵਰਡ ਫॉर द ਹੋਲ ਵਰਲਡ। ਚਾਹੇ ਤੁਸੀਂ ਐਜ਼ ਤੁਸੀਂ ਇੱਥੇ ਆਏ ਹੋ ਵਿਜ਼ਿਟਰ, ਤੁਸੀਂ ਕੈਨੇਡਾ 'ਚ ਆਏ ਹੋ, ਬਟ ਪਾਲਿਸੀ ਤੁਹਾਨੂੰ ਵਰਲਡ ਵਾਈਡ ਕਵਰ ਕਰੇਗੀ। ਜਦੋਂ ਤੁਸੀਂ ਪਾਲਿਸੀ ਦੀ ਗੱਲ ਕਰਦੇ ਹੋ, ਇਹ ਕਦੋਂ ਲੈਣੀ ਚਾਹੀਦੀ ਹੈ? ਕਿ ਕੈਨੇਡਾ ਆਉਣ ਤੋਂ ਪਹਿਲਾਂ ਪਲਾਨ ਕਰਨਾ ਚਾਹੀਦਾ ਪਾਲਿਸੀ ਲੈਣ ਦਾ, ਜਾਂ ਫਿਰ ਇੱਥੇ ਆਉਣ ਤੋਂ ਬਾਅਦ ਲੈਣੀ ਚਾਹੀਦੀ ਆ? ਦੇਖੋ, ਇਹਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਅਗਰ ਤੁਸੀਂ ਇਸ ਪਾਲਿਸੀ ਨੂੰ
ਵੈਸੇ ਰეკਮੈਂਡਡ ਅਸੀਂ ਇਹੀ ਕਰਦੇ ਹਾਂ ਕਿ ਜਿੱਦਾਂ ਤੁਸੀਂ ਟਿਕਟ ਬੁੱਕ ਕਰਵਾਉਂਦੇ ਹੋ ਕਿਉਂਕਿ ਤੁਹਾਡੇ ਕੋਲ ਇੱਕ ਡੇਟ ਪੱਕਾ ਹੋ ਜਾਂਦੀ ਵੀ ਇਸ ਡੇਟ ਨੂੰ ਤੁਸੀਂ ਆਉਣਾ ਹੈਗਾ ਤੇ ਬੈਟਰ ਹੈਗਾ ਕਿ ਯੂ ਸ਼ੁੱਡ ਗੈਟ ਦਾ ਪਾਲਿਸੀ ਐਟ ਦਾ ਸੇਮ ਟਾਈਮ ਕਿ ਹਾਂ ਉਸ ਡੇਟ ਨੂੰ ਸ਼ੁਰੂ ਹੋ ਜਾਏਗੀ ਜਿੱਦਾਂ ਉਹਨਾਂ ਨੇ ਪਲੇਨ ਨੂੰ ਬੋਰਡ ਕਰਨਾ ਯਾਨੀ ਕਿ ਪਲੇਨ 'ਚ ਬੈਠਣਾ ਹੈਗਾ ਜੀ। ਹੁਣ ਦੇਖੋ ਇੱਕ ਗੱਲ ਤਰਨ ਜੀ ਜੇ ਆਪਾਂ ਇੱਕ ਚੀਜ਼ ਸੁਭਾਵਿਕ ਚੀਜ਼ ਮੰਨ ਚਲੀਏ ਕਿ ਕਈ ਵਾਰ ਕੀ ਹੁੰਦਾ ਕਨੈਕਟਿੰਗ ਫਲਾਈਟਸ ਹੁੰਦੀਆਂ ਨੇ ਹੁਣ ਤੁਸੀਂ ਆਪਣੇ ਡੈਸਟੀਨੇਸ਼ਨ ਤੋਂ ਸ਼ੁਰੂ ਕੀਤਾ ਤੇ ਤੁਸੀਂ ਕੈਨੇਡਾ ਪੁੱਜੇ ਹੋ ਲੇਕਿਨ ਰਸਤੇ ਦੇ ਵਿੱਚ ਤੁਹਾਨੂੰ ਅਗਰ ਪਲੇਨ ਤੋਂ ਉਤਰ ਕੇ ਤੁਸੀਂ ਕਿਤੇ ਹੋਰ ਜਿਹੜਾ ਪਲੇਨ ਚੇਂਜ ਕਰਦੇ ਹੋ ਕੋਈ ਇੰਜਰੀ ਹੋ ਜਾਂਦੀ ਹੈ ਹੁਣ ਤੁਸੀਂ ਸੋਚਿਆ ਕਿ ਮੈਂ ਤਾਂ ਉੱਥੇ ਜਾ ਕੇ ਪਾਲਿਸੀ ਖਰੀਦਾਂਗਾ ਤੁਹਾਡੀ ਕਵਰੇਜ ਇਹਦੀ ਸ਼ੁਰੂ ਨਹੀਂ ਹੋਈ ਲੇਕਿਨ ਅਗਰ ਤੁਸੀਂ ਇਹ ਕਵਰੇਜ ਪਹਿਲੇ ਲੈ ਚੁੱਕੇ ਹੋ ਤਾਂ ਇਟ ਮੀਨਸ ਕਿ ਜਦੋਂ ਤੁਸੀਂ ਪਲੇਨ ਬੋਰਡ ਕੀਤਾ ਨਾਲ ਦੇ ਨਾਲ ਤੁਹਾਡੀ ਕਵਰੇਜ ਸ਼ੁਰੂ ਹੋ ਗਈ ਹੁਣ ਇਨ ਬਿਟਵੀਨ ਵੀ ਤੁਹਾਡੀ ਕਵਰੇਜ ਹੈਗੀ ਹੈ ਪਲੱਸ ਇਹ ਚੀਜ਼ ਹੈ ਕਿ ਅਗਰ ਤੁਹਾਡੀ ਫਲਾਈਟ ਡਿਲੇ ਹੋ ਜਾਂਦੀ 72 ਆਵਰਸ ਉਹ ਵੀ ਐਕਸਟੈਂਡ ਹੋ ਜਾਂਦੀ ਯਾਨੀ ਕਿ ਇਨ ਫਲਾਈਟ ਵੀ ਤੁਹਾਡੀ ਕਵਰੇਜ ਚੱਲਦੀ ਪਈ ਹੈ ਸੋ ਇਟ ਇਜ਼ ਆਲਵੇਜ਼ ਬੈਟਰ ਮਤਲਬ ਇਹ ਰਹਿੰਦਾ ਹੈਗਾ ਕਿ ਅਗਰ ਤੁਸੀਂ ਆਪਣੀ ਜਰਨੀ ਸ਼ੁਰੂ ਹੋਣ ਤੋਂ ਪਹਿਲਾਂ ਇਹ ਪਾਲਿਸੀ ਪਰਚੇਸ ਕਰ ਲਵੋ ਹਾਂ ਜੇ ਤੁਸੀਂ ਇੱਥੇ ਆ ਕੇ ਪਾਲਿਸੀ ਪਰਚੇਸ ਕਰ ਲੈਂਦੇ ਹੋ ਵਿਦਿਨ 24 ਆਵਰਸ ਕਰ ਲੈਂਦੇ ਹੋ ਤੁਹਾਡੀ ਇਮੀਡੀਏਟ ਤੁਹਾਨੂੰ ਕਵਰੇਜ ਮਿਲਣੀ ਸ਼ੁਰੂ ਹੋ ਜਾਂਦੀ ਹੈ ਬਟ ਅਗਰ ਤੁਸੀਂ 24 ਆਵਰਸ ਟੱਪ ਜਾਂਦਾ ਟਾਈਮ ਉਹ ਦੈਨ ਉਹਦੀ ਵੇਟਿੰਗ ਪੀਰੀਅਡ 48 ਆਵਰਸ ਹੋ ਜਾਂਦੀ ਹੈ ਦਿਸ ਇਜ਼ ਦਾ ਮਿਨੀਮਮ ਵਨ ਔਰ ਇਹ ਜਿਹੜੀ ਕਵਰੇਜ ਦੀ ਜਿਹੜੀ ਵੇਟਿੰਗ ਪੀਰੀਅਡ ਹੈਗਾ ਦੈਟ ਕੈਨ ਗੋ ਅਪ ਟੂ ਅ ਵੀਕ ਆਲਸੋ ਵੀ ਅਗਰ ਤੁਸੀਂ ਮੰਨ ਲਓ ਇੱਥੇ ਆ ਕੇ 1 ਮਹੀਨਾ ਬੋਦਰ ਨਹੀਂ ਕੀਤਾ ਤੁਸੀਂ ਫਿਰ ਸੋਚਿਆ ਕਿ ਨਹੀਂ ਮੈਨੂੰ ਵਿਜ਼ਟਰ ਇੰਸ਼ੋਰੈਂਸ ਚਾਹੀਦੀ ਹੈ ਫਿਰ ਤੁਹਾਡਾ ਵੇਟਿੰਗ ਪੀਰੀਅਡ 1 ਹਫ਼ਤੇ ਦਾ ਵੀ ਹੋ ਸਕਦਾ ਹੈ ਸੋ ਆਈ ਥਿੰਕ ਦੈਟ ਇਜ਼ ਨਾਟ ਰეკਮੈਂਡਡ ਕਿ ਜਦੋਂ ਤੁਸੀਂ ਆਣਾ ਹੀ ਹੈਗਾ ਇੰਸ਼ੋਰੈਂਸ ਲੈਣੀ ਹੀ ਹੈਗੀ ਤਾਂ ਬੈਟਰ ਹੈਗਾ ਕਿ ਆਉਣ ਤੋਂ ਪਹਿਲਾਂ ਤੁਸੀਂ ਇੰਸ਼ੋਰੈਂਸ ਲੈ ਲਓ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ ਇਹਦੇ ਵਿੱਚ ਆਪਾਂ ਸੁਪਰ ਵੀਜ਼ਾ ਦਾ ਕਨਸੈਪਟ ਦੀ ਵੀ ਗੱਲ ਕੀਤੀ ਸੀ ਤੁਸੀਂ ਕਿਹਾ ਕਿ ਹੁਣੇ ਰੀਸੈਂਟਲੀ ਕੁਝ ਚੇਂਜਸ ਆਏ ਨੇ ਸੋ ਇਹ ਚੇਂਜਸ ਵਿੱਚ ਇੱਕ ਤਾਂ ਤੁਸੀਂ ਦੱਸਿਆ ਸੀ ਕਿ ਸਟੇ ਵੱਧ ਚੁੱਕਿਆ ਹੋਰ ਚੇਂਜਸ ਇਹਦੇ ਵਿੱਚ ਕੀ ਆਏ ਨੇ ਇਹਦੇ ਵਿੱਚ ਵੈਸੇ ਤਾਂ ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟ ਆ ਉਹਨਾਂ ਦਾ ਮਤਲਬ ਉਹ ਦੱਸ ਸਕਦੇ ਨੇ ਕਿ ਕਿਵੇਂ ਕੀ ਚੇਂਜਸ ਹੈਗੇ ਲੇਕਿਨ ਜਿਹੜੇ ਬੇਸਿਕ ਸਾਡੇ ਨਾਲ ਕੰਸਰਨ ਹੈਗਾ ਉਹ ਇਹ ਹੈ ਕਿ ਨਾਓ ਯੂ ਹੈਵ ਟੂ ਬਾਏ ਇਨ ਫੁੱਲ ਪ੍ਰੀਮੀਅਮ ਦਾ ਮਤਲਬ ਕੀ ਹੈਗਾ ਕਿ ਪਹਿਲੇ ਇਹ ਚੀਜ਼ ਹੁੰਦੀ ਸੀ ਕਿ ਕੁਝ ਲੋਕ ਕਰਦੇ ਸੀ ਕਿ ਕੋਟਸ ਲੈ ਕੇ ਵੀ ਆਪਣੀ ਵੀਜ਼ਾ ਦੀ ਫਾਈਲ ਲਗਾ ਦਿੰਦੇ ਸੀ ਤੇ ਉਸ ਤੋਂ ਬਾਅਦ ਕੀ ਸੀਗਾ ਕਿ ਮੰਥਲੀ ਪ੍ਰੀਮੀਅਮ ਹੀ ਅਵੇਲੇਬਲ ਹੁੰਦਾ ਸੀ ਤੇ ਮੰਥਲੀ ਪ੍ਰੀਮੀਅਮ ਲੈ ਕੇ ਉਸ ਤੋਂ ਬਾਅਦ ਜਿਹੜਾ ਵੀਜ਼ਾ ਲੱਗ ਜਾਂਦਾ ਸੀਗਾ ਤੇ ਉਹ ਸਟਾਪ ਕਰ ਦਿੰਦੇ ਸੀ ਤੇ ਹੁਣ ਕੁਝ ਚੀਜ਼ਾਂ ਗਵਰਨਮੈਂਟ ਦੇ ਧਿਆਨ 'ਚ ਆਈਆਂ ਹੋਣਗੀਆਂ ਜਿਨ੍ਹਾਂ ਨੇ ਕਿ ਇੱਕਦਮ ਦੇ ਵਿੱਚ ਇਹ ਰੂਲ ਚੇਂਜ ਕਰ ਦਿੱਤਾ ਈਵਨ ਅਗਰ ਜਿਹੜੀਆਂ ਫਾਈਲਸ ਲੱਗੀਆਂ ਹੋਈਆਂ ਸੀ ਜਾਂ ਆਲਰੇਡੀ ਲੱਗੀਆਂ ਹੋਈਆਂ ਸੀ ਫਾਈਲਸ ਉਹਨਾਂ ਦੇ ਵਿੱਚ ਵੀ ਆਬਜੈਕਸ਼ਨਸ ਆਉਣੀਆਂ ਸ਼ੁਰੂ ਹੋ ਗਈਆਂ ਕਿ ਈਦਰ ਦੇ ਸ਼ੁੱਡ ਹੈਵ ਦ ਫੁੱਲ ਪੇਮੈਂਟ ਨਹੀਂ ਤਾਂ ਫਿਰ ਉਹ ਨਹੀਂ ਤਾਂ ਪਾਲਿਸੀ ਮਤਲਬ ਜਿਹੜੇ ਫਾਈਲਸ ਹੈਗੀਆਂ ਰਿਜੈਕਟ ਕਰ ਦਿੱਤੀਆਂ ਜਾਣਗੀਆਂ ਸੋ ਨਾਓ ਯੂ ਹੈਵ ਟੂ ਪੇ ਦ ਫੁੱਲ ਪ੍ਰੀਮੀਅਮ ਯਾਨੀ ਕਿ ਈਅਰਲੀ ਪ੍ਰੀਮੀਅਮ ਪੂਰਾ ਪੇ ਕਰਨਾ ਪਵੇਗਾ ਤਦ ਹੀ ਤੁਸੀਂ ਸੁਪਰ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਇੱਕ ਇੰਸ਼ੋਰੈਂਸ ਨੂੰ ਲੈ ਕੇ ਵੀ ਗਵਰਨਮੈਂਟ ਨੇ ਚੇਂਜਸ ਕੀਤੇ ਕਿ ਹੁਣ ਇੰਸ਼ੋਰੈਂਸ ਕਿਤੋਂ ਵੀ ਬਾਈ ਕੀਤੀ ਜਾ ਸਕਦੀ ਆ ਜਿਹੜਾ ਤੁਸੀਂ ਕਹਿੰਦੇ ਹੋ ਕਿ ਕੰਟਰੀ ਚੇਂਜ ਮਤਲਬ ਆਊਟ ਆਫ ਕੈਨੇਡਾ ਨਹੀਂ ਜਿਹੜਾ ਹੁਣ ਰੀਸੈਂਟ ਅਜੇ ਤੱਕ ਉਹਨਾਂ ਦੀ ਵੈਬਸਾਈਟ ਤੇ ਜਿਹੜੀ ਚੀਜ਼ ਹੈਗੀ ਇਟ ਸ਼ੁੱਡ ਬੀ ਫਰਮ ਦ ਕੈਨੇਡੀਅਨ ਇੰਸ਼ੋਰਰ ਓਨਲੀ ਜਿਹੜਾ ਸੁਪਰ ਵੀਜ਼ਾ ਲਈ ਹੈਗਾ ਆ ਜੀ ਕਿਉਂਕਿ ਮੈਂ ਹੁਣੀ ਰੀਸੈਂਟਲੀ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਕਰਕੇ ਹਟੀ ਸੀ ਤਾਂ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਤੁਸੀਂ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਕਿਤੋਂ ਵੀ ਲੈ ਸਕਦੇ ਹੋ ਕਿ ਜੇਕਰ ਤੁਸੀਂ ਇੰਡੀਆ ਤੋਂ ਆ ਰਹੇ ਹੋ ਹੁਣ ਇੰਡੀਅਨ ਇੰਸ਼ੋਰੈਂਸ ਕੰਪਨੀਆਂ ਤੋਂ ਵੀ ਤੁਸੀਂ ਲੈ ਸਕਦੇ ਹੋ ਹਾਲਾਂਕਿ ਉਹਨਾਂ ਨੇ ਅਜੇ ਕੋਈ ਲਿਸਟ ਜਾਰੀ ਨਹੀਂ ਕੀਤੀ ਇਸ ਦੀ ਮੈਮ ਇਦਾਂ ਹੈਗਾ ਕਿ ਜਦੋਂ ਮਿਨਿਸਟਰ ਸਾਹਿਬ ਨੇ ਇਹ ਅਨਾਉਂਸ ਕੀਤਾ ਸੀਗਾ ਤਾਂ ਉਹਦੇ ਵਿੱਚ ਡੈਫੀਨਿਟਲੀ ਇਹ ਵਰਡਿੰਗ ਸੀਗੀ ਪਰ ਜਿਹੜਾ ਅੱਜ ਅਗਰ ਤੁਸੀਂ ਉਹਨਾਂ ਦੀ ਵੈਬਸਾਈਟ ਨੂੰ ਕੰਸਲਟ ਕਰਦੇ ਹੋ ਉੱਥੇ ਕਲੀਅਰ ਕੱਟ ਹੈਗਾ ਕਿ ਇਟ ਸ਼ੁੱਡ ਬੀ ਫਰਮ ਦ ਕੈਨੇਡੀਅਨ ਇੰਸ਼ੋਰਰ ਓਨਲੀ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਵਿੱਚ ਮੋਡੀਫਿਕੇਸ਼ਨ ਕਰਦੇ ਨੇ ਅਗਰ ਉਹ ਕਿਸੇ ਹੋਰ ਕੰਟਰੀਜ਼ ਦੇ ਇੰਸ਼ੋਰੈਂਸ ਨੂੰ ਅਲਾਉ ਕਰਦੇ ਨੇ ਡੈਫੀਨਿਟਲੀ ਉਹਦੇ ਵਿੱਚ ਇਹ ਹੈਗਾ ਕਿ ਉਹਨਾਂ ਕੋਲ ਲੋਕਾਂ ਕੋਲ ਆਪਸ਼ਨ ਵੱਧ ਜਾਵੇਗੀ ਲੇਕਿਨ ਉਹਦੇ ਵਿੱਚ ਤਰ੍ਹਾਂ ਇੱਕ ਚੀਜ਼ ਇਹ ਦੇਖਣੀ ਪਵੇਗੀ ਕਿ ਜਿਹੜਾ ਅੱਗੇ ਮਤਲਬ ਕਿ ਅਸੀਂ ਡਿਸਕਸ ਵੀ ਕਰਾਂਗੇ ਕਿ ਕਲੇਮ ਸੈਟਲਮੈਂਟ ਕਿਵੇਂ ਹੁੰਦੀ ਹੈਗੀ ਕਿ ਜਦੋਂ ਆਊਟ ਆਫ ਕੰਟਰੀ ਅਗਰ ਅਸੀਂ ਉਹ ਮਤਲਬ ਬੈਕ ਹੋਮ ਤੋਂ ਅਸੀਂ ਲੈ ਕੇ ਆਨੇ ਤੇ ਸਾਨੂੰ ਦੇਖਣਾ ਪਵੇਗਾ ਕਿ ਉਹਦੇ ਵਿੱਚ ਕਲੇਮ ਕਿਵੇਂ ਮਿਲੇਗਾ ਠੀਕ ਹੈ ਕੀ ਕਲੇਮ ਅਪ ਫਰੰਟ ਮਿਲੇਗਾ ਕਿ ਕੀ ਪਹਿਲੇ ਖਰਚਾ ਕਰਕੇ ਉਸ ਤੋਂ ਬਾਅਦ ਅਸੀਂ ਕਲੇਮ ਲਵਾਂਗੇ ਮੇਰਾ ਅਗਲਾ ਸਵਾਲ ਇਹ ਸੀਗਾ ਕਿ ਜੇਕਰ ਕੋਈ ਆਪਣੀ ਪਿੱਛੋਂ ਹੀ ਲੈ ਕੇ ਆਉਂਦਾ ਪਾਲਿਸੀ ਲੈ ਕੇ ਆਉਂਦਾ ਤੇ ਉਹਨੂੰ ਕੋਈ ਕਲੇਮ ਕਰਨਾ ਪੈਂਦਾ ਆ ਤੇ ਉਹ ਕਲੇਮ ਕਰਨ ਦੇ ਵਿੱਚ ਕੀ ਕੋਈ ਰੁਕਾਵਟ ਆ ਸਕਦੀ ਹੈ ਜਾਂ ਕਿਵੇਂ ਕਲੇਮ ਕਰ ਸਕਦੇ ਨੇ ਉਹ ਤੁਹਾਨੂੰ ਜੀ ਬੇਸਿਕ ਜਿਹੜੀਆਂ ਪਲਾਨਸ ਹੁੰਦੀਆਂ ਨੇ ਜਿਹੜੀਆਂ ਇਹਨੂੰ ਰੀਇੰਬਰਸਮੈਂਟ ਪਲਾਨਸ ਕਹਿੰਦੇ ਆ ਯਾਨੀ ਕਿ ਤੁਸੀਂ ਖਰਚਾ ਕਰਦੇ ਹੋ ਤੇ ਜਿਹੜਾ ਖਰਚਾ ਕਰਕੇ ਤੁਸੀਂ ਬਿੱਲ ਪੇਸ਼ ਕਰਦੇ ਹੋ ਤਾਂ ਤੁਹਾਨੂੰ ਉਹਦੇ ਨਾਲ ਰੀਇੰਬਰਸਮੈਂਟ ਮਿਲਦੀ ਹੈ ਕੋਈ ਵੀ ਇਹ ਕੈਸ਼ਲੈਸ ਪਲਾਨ ਨਹੀਂ ਹੁੰਦੇ ਹੈਗੇ ਓਕੇ ਨੋ ਕੈਸ਼ ਠੀਕ ਹੈ ਨੋ ਕੈਸ਼ਲੈਸ ਪਲਾਨ ਲੇਕਿਨ ਹੁਣ ਜਿਹੜੇ ਕੈਨੇਡੀਅਨ ਕੰਪਨੀਆਂ ਹੈਗੀਆਂ ਨੇ ਆਲਮੋਸਟ ਅਸੀਂ ਇਹਨੂੰ ਕੈਸ਼ਲੈਸ ਪਲਾਨਸ ਕਹਿ ਦਿੰਦੇ ਆ ਮੈਂ ਇਸ ਪਲੇਟਫਾਰਮ ਤੇ ਇਹ ਨਹੀਂ ਕਹਾਂਗਾ ਕਿ ਕੈਨੇਡੀਅਨ ਕੰਪਨੀਆਂ ਦੀ ਪਾਲਿਸੀਜ਼ ਵੀ ਕੈਸ਼ਲੈਸ ਹੁੰਦੀਆਂ ਨੇ ਲੇਕਿਨ ਕੈਸ਼ਲੈਸ ਇਸ ਤਰੀਕੇ ਨਾਲ ਹੋ ਜਾਂਦੀਆਂ ਕਿਉਂਕਿ ਜਿਹੜਾ ਕੈਨੇਡੀਅਨ ਹਸਪੀਟਲ ਹੈਗਾ ਉਹਨਾਂ ਦਾ ਲੀਗਨ ਕੈਨੇਡੀਅਨ ਕੰਪਨੀਆਂ ਨਾਲ ਬਣਿਆ ਹੋਇਆ ਹੈਗਾ ਜਦੋਂ ਕੋਈ ਐਮਰਜੈਂਸੀ ਹੁੰਦੀ ਹੈਗੀ ਹੈ ਉਸ ਤੋਂ ਸਭ ਤੋਂ ਪਹਿਲੇ ਕੀ ਹੈਗਾ ਕਿ ਯੂ ਹੈਵ ਟੂ ਕਾਲ ਦੈਟ ਅਸਿਸਟੈਂਸ ਸੈਂਟਰ ਕਿ ਅਸੀਂ ਐਮਰਜੈਂਸੀ ਲਈ ਜਾ ਰਹੇ ਹਾਂ ਉਹ ਤੁਹਾਨੂੰ ਇਹ ਗਾਈਡ ਕਰਦੇ ਨੇ ਕਿ ਓਕੇ ਜਦੋਂ ਤੁਸੀਂ ਉੱਥੇ ਬਿਲਿੰਗ ਵਾਲਾ ਹੋਇਆ ਵੈਨ ਦੇ ਵਿਲ ਆਸਕ ਦ ਮਨੀ ਤੁਸੀਂ ਸਾਨੂੰ ਕਾਲ ਕਰ ਦੇਣਾ ਠੀਕ ਹੈ
ਕੈਨੇਡੀਅਨ ਕੰਪਨੀਆਂ ਉਹਨਾਂ ਨਾਲ ਲੇਨ ਬਣਾ ਲੈਂਦੀਆਂ ਨੇ, ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਉਹ ਜਿਹੜਾ ਬਿੱਲ ਹੈਗਾ ਉਸ ਪੇਸ਼ੈਂਟ ਦੀ ਬਜਾਏ ਸਿੱਧਾ ਕੰਪਨੀ ਕੋਲ ਚਲਾ ਜਾਂਦਾ ਹੈਗਾ। ਸੋ ਕੰਪਨੀ ਪੇ ਦਾ ਬਿੱਲ ਟੂ ਦਾ ਹਸਪੀਟਲ, ਠੀਕ ਹੈ। ਹੁਣ ਉੱਥੇ ਇੱਕ ਤਰੀਕੇ ਨਾਲ ਕੈਸ਼ਲੈਸ ਹੋ ਗਿਆ, ਬਟ ਹੁਣ ਆਊਟ ਆਫ ਕੈਨੇਡਾ ਇਹ ਕਿੱਦਾਂ ਹੋਏਗਾ ਇਹ ਅਜੇ ਦੇਖਣ ਵਾਲਾ ਹੈਗਾ ਕਿ ਇਹ ਸਿਨੈਰੀਓ ਦੇ ਵਿੱਚ ਕਿੱਦਾਂ ਕਰਨਗੇ ਇਹ ਜਿਹੜੇ ਫੋਰਨ ਕੰਪਨੀਜ਼ ਹੈਗੀਆਂ ਜਾਂ ਜਿਹੜੇ ਇੱਥੇ ਦੇ ਹਸਪੀਟਲਸ ਹੈਗੇ ਨੇ ਉਹ ਕਿਵੇਂ ਟਾਈ ਅਪ ਕਰਨਗੇ ਫੋਰਨ ਕੰਪਨੀਜ਼ ਨਾਲ ਕਿ ਉਹ ਕੈਸ਼ਲੈਸ ਕਰ ਸਕਦੇ ਨੇ। ਅਦਰਵਾਈਜ਼ ਜੋ ਅੱਜ ਦੀ ਅੰਡਰਸਟੈਂਡਿੰਗ ਇਹੀ ਹੈਗਾ ਕਿ ਯੂ ਫਸਟ ਹੈਵ ਟੂ ਸਪੈਂਡ, ਪਹਿਲੇ ਖਰਚਾ ਕਰੋਗੇ, ਉਸ ਤੋਂ ਬਾਅਦ ਤੁਸੀਂ ਬਿੱਲ ਉੱਥੇ ਜਾ ਕੇ ਪੇਸ਼ ਕਰੋਗੇ ਤਾਂ ਦੈਨ ਦੇ ਵਿਲ ਪੇ ਯੂ। ਤੁਸੀਂ ਵਿਜ਼ਟਰ ਵੀਜ਼ਾ ਦੇ ਵਿੱਚ ਤਾਂ ਇਹ ਗੱਲ ਕਲੀਅਰ ਕੀਤੀ ਹੈ ਕਿ ਵੀ ਜੇਕਰ ਤੁਸੀਂ ਕਿਤੇ ਆਊਟ ਆਫ ਕੈਨੇਡਾ ਵੀ ਟਰੈਵਲ ਕਰਦੇ ਹੋ ਤਾਂ ਤੁਹਾਡੀ ਇੰਸ਼ੋਰੈਂਸ ਵਿੱਚ ਕਵਰ ਹੋਏਗੀ, ਬਟ ਬਸ਼ਰਤੇ ਕਿ ਤੁਸੀਂ ਹਾਫ ਜਿਹੜਾ ਟਾਈਮ ਆ ਉਹ ਕੈਨੇਡਾ ਵਿੱਚ ਸਪੈਂਡ ਕੀਤਾ ਹੋਵੇ। ਜਦੋਂ ਮੈਂ ਸੁਪਰ ਵੀਜ਼ਾ ਦੀ ਗੱਲ ਕਰਦੀ ਹਾਂ ਕਿ ਸੁਪਰ ਵੀਜ਼ਾ ਵਿੱਚ ਵੀ ਇਹ ਸੇਮ ਚੀਜ਼ ਇੰਪਲੀਮੈਂਟ ਹੁੰਦੀ ਹੈ ਕਿ ਜੇਕਰ ਪੇਰੈਂਟਸ ਉਰੇ ਆਉਂਦੇ ਨੇ ਜੇ 5 ਸਾਲ ਦੀ ਸਟੇ ਕਰਦੇ ਨੇ ਤਾਂ ਜੇਕਰ ਉਹ ਕਿਤੇ ਬਾਹਰ US ਵਗੈਰਾ ਜਾਂ ਕਿਤੇ ਘੁੰਮਣ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਇੰਸ਼ੋਰੈਂਸ ਕਵਰ ਕਰੇਗੀ? ਜੀ ਬਿਲਕੁਲ, ਉਹਦੇ ਵਿੱਚ ਵੀਜ਼ਾ ਸੁਪਰ ਵੀਜ਼ਾ ਜਾਂ ਨਾਰਮਲ ਡੇ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਹੈਗੀ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਸਿਰਫ ਉਹੀ ਟੈਨਿਓਰ ਦਾ ਫਰਕ ਹੈਗਾ ਤੇ ਕੰਡੀਸ਼ਨ ਦਾ ਹੈਗਾ ਵੀ ਕਿੰਨੀ ਇੰਸ਼ੋਰੈਂਸ ਹੋਣੀ ਚਾਹੀਦੀ ਹੈਗੀ ਆ, ਵੀ 365 ਦਿਨ ਤੇ 1 ਲੱਖ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਅਦਰਵਾਈਜ਼ ਕਵਰੇਜ ਕਿੱਦਾਂ ਦੀ ਕਵਰੇਜ ਹੈਗੀ, ਕਿੰਨੀ ਕਵਰੇਜ ਹੈਗੀ, ਉਹ ਲਗਭਗ ਸਾਰੀ ਪਲਾਨਸ ਦੇ ਵਿੱਚ ਸੇਮ ਹੈਗੀ, ਉਹ 'ਚ ਕੋਈ ਡਿਫਰੈਂਸ ਨਹੀਂ ਹੈਗਾ। ਆਮ ਤੌਰ ਤੇ ਕਿਹਾ ਜਾਂਦਾ ਕਿ ਇੰਸ਼ੋਰੈਂਸ ਕਲੇਮ ਲੈਣੇ ਬਹੁਤ ਮੁਸ਼ਕਿਲ ਹੁੰਦੇ ਆ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਕਿਸੇ ਨੂੰ ਕੋਈ ਐਮਰਜੈਂਸੀ ਪੈ ਗਈ ਤੇ ਐਵੇਂ ਇੰਸ਼ੋਰੈਂਸ ਦੇ ਐਜ਼ ਵੀ ਆਲ ਨੋ ਕਿ ਮੈਡੀਸਿਨ ਵਗੈਰਾ ਸਾਰਾ ਕੁਝ ਕਵਰ ਕਰਦਾ ਹੈ ਮੈਡੀਕਲੀ, ਤੇ ਕੋਈ ਕਲੇਮ ਲੈਣਾ ਹੋਵੇ ਤਾਂ ਫਿਰ ਪ੍ਰੋਸੈਸ ਕੀ ਹੋਏਗਾ? ਮੈਮ ਵੈਸੇ ਬੜਾ ਸਿੰਪਲ ਪ੍ਰੋਸੈਸ ਹੈਗਾ ਜਿਹੜਾ ਕਿ ਹਮੇਸ਼ਾ ਅਸੀਂ ਜਦੋਂ ਅਸੀਂ ਕਿਸੇ ਨੂੰ ਪਾਲਿਸੀ ਸੈਲ ਕਰਦੇ ਹਾਂ ਤਾਂ ਉਹਦੇ ਵਿੱਚ ਜਦੋਂ ਵੀ ਪਾਲਿਸੀ ਉਹ ਉਹਦੇ ਕੋਲ ਆਂਦੀ ਹੈਗੀ ਆ ਉਹਦੇ ਵਿੱਚ ਕਲੇਮ ਫਾਰਮ ਵੀ ਨਾਲ ਇਨਵੋਲਵ ਹੁੰਦਾ, ਪਲੱਸ ਨਾਲ ਇੰਸਟਰਕਸ਼ਨਸ ਹੁੰਦੀਆਂ ਨੇ ਕਿ ਕਲੇਮ ਕਿਵੇਂ ਲੈਣਾ ਹੈਗਾ। ਹਰ ਕੰਪਨੀ ਨੇ ਆਪਣਾ ਇੱਕ ਪ੍ਰੋਸੈਸ ਬਣਾਇਆ ਹੋਇਆ ਹੈਗਾ ਕਿਉਂਕਿ ਕੰਪਨੀ ਇੱਕ ਜਿਹੜੀ ਸੈਲਿੰਗ ਕੰਪਨੀ ਹੈਗੀ ਉਹਨਾਂ ਨੇ ਇੱਕ ਨਾਲ ਅਸਿਸਟੈਂਸ ਕੰਪਨੀ ਬਣਾਈ ਹੈ ਜਿਹੜੀ ਕਿ ਕਲੇਮ ਪੇ ਕਰਦੀ ਹੈ, ਉਹ ਥਰਡ ਪਾਰਟੀ ਹੈਗੀ ਹੈ ਜਿਹੜੀ ਕਿ ਕਲੇਮ ਪੇ ਕਰਦੀ ਹੈ। ਹੁਣ ਕਲੇਮ ਦੇ ਵਿੱਚ ਦੋ ਪਾਰਟਸ ਹੈਗੇ ਨੇ, ਇੱਕ ਇਹ ਚੀਜ਼ ਹੁੰਦੀ ਹੈ ਕਿ ਮੈਂ ਵਾਕ ਇਨ ਕਲੀਨਿਕ ਜਾ ਰਿਹਾ ਸਪੋਜ਼, ਹੁਣ ਵਾਕ ਇਨ ਕਲੀਨਿਕ ਦੇ ਵਿੱਚ ਜਿਹੜਾ ਖਰਚਾ ਹੈਗਾ ਬਹੁਤ ਜ਼ਿਆਦਾ ਨਹੀਂ ਹੋਏਗਾ, $100 ਜਾਂ $150 ਜਾਂ ਮੈਕਸਿਮਮ $200 ਹੋ ਜਾਏਗਾ। ਹੁਣ ਹਰ ਕਲੀਨਿਕ ਦਾ ਟਾਈ ਅਪ ਕੰਪਨੀਜ਼ ਨਾਲ ਨਹੀਂ ਹੈਗਾ, ਸੋ ਉੱਥੇ ਕੀ ਹੈਗਾ ਕਿ ਉੱਥੇ ਤੁਸੀਂ ਪਹਿਲੇ ਖਰਚਾ ਕਰ ਦਿਓ, ਦੈਨ ਯੂ ਕਲੈਕਟ ਦਾ ਬਿਲਸ, ਡਾਕਟਰ ਦੀ ਪ੍ਰਿਸਕ੍ਰਿਪਸ਼ਨ ਜਿਹੜੀ ਹੈਗੀ ਹੈ ਤੁਸੀਂ ਫਿਰ ਬਿੱਲ ਉਹ ਰੀਇੰਬਰਸਮੈਂਟ ਲਈ ਕੰਪਨੀ ਨੂੰ ਭੇਜ ਦਿੰਦੇ ਹੋ ਤਾਂ ਯੂ ਗੈਟ ਦਾ ਮਨੀ ਬੈਕ। ਹੁਣ ਜਿੱਥੇ ਆ ਗਈ ਐਮਰਜੈਂਸੀ ਵਾਲੀ ਬਿੱਲ ਦੀ ਗੱਲ ਹੈਗੀ ਕਿ ਉੱਥੇ ਜਿੱਦਾਂ ਮੈਂ ਹੁਣੇ ਡਿਸਕਸ ਕੀਤਾ ਹੈ ਕਿ ਅਗਰ ਉਹ ਹਸਪੀਟਲ ਦੇ ਵਿੱਚ ਹੈਗਾ ਤੇ ਮੋਸਟ ਆਫਲੀ ਇਹ ਚੀਜ਼ ਹੁੰਦੀ ਹੈ ਕਿ ਫਿਰ ਉਹ ਟਾਈ ਅਪ ਹੋ ਜਾਂਦਾ ਹੈਗਾ ਅਸਿਸਟੈਂਸ ਕੰਪਨੀ ਜਿਨ੍ਹਾਂ ਨੇ ਕਲੇਮ ਪੇ ਕਰਨਾ ਹੈ ਪਲੱਸ ਹਸਪੀਟਲ ਦੇ ਵਿੱਚ ਉਹ ਫਿਰ ਆਪਸ ਦੇ ਵਿੱਚ ਲਈ ਨਾ ਹੁੰਦਾ ਹੈਗਾ ਜਿਹੜੀਆਂ ਚੀਜ਼ਾਂ ਨਹੀਂ ਕਵਰ ਹੁੰਦੀਆਂ ਓਨਲੀ ਯੂ ਹੈਵ ਟੂ ਪੇ ਫॉर दैट। ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਡਿਡਕਟੇਬਲਸ ਲੈ ਲੈਂਦੇ ਹਾਂ, ਡਿਡਕਟੇਬਲਸ ਇਨ ਦਾ ਸੈਂਸ ਕਿ ਅਸੀਂ ਕਹਿੰਦੇ ਕਿ ਠੀਕ ਹੈ $100 ਮੈਂ ਡਿਡਕਟੇਬਲ ਲਿਆ ਮੀਨਸ ਕਿ ਪਹਿਲਾ $100 ਮੈਂ ਆਪਣੀ ਪਾਕਟ 'ਚੋਂ ਦੇਵਾਂਗਾ, ਬਾਕੀ ਜਿਹੜਾ ਹੈਗਾ ਤੁਸੀਂ ਕਲੇਮ ਮੈਨੂੰ ਪੇ ਕਰਨਾ ਹੈਗਾ, ਮੈਂ 100 ਪੇ ਕਰ ਦਾਂਗਾ ਤੇ ਬਾਕੀ ਜਿਹੜਾ ਕੰਪਨੀ ਆਪਣੇ ਆਪ ਹੀ ਉਹਨਾਂ ਨੂੰ ਹਸਪੀਟਲ ਨੂੰ ਪੇ ਕਰ ਦੇਗੀ। ਹੁਣ ਦਿੱਕਤ ਵਾਲੀ ਜਿਹੜੀ ਗੱਲ ਹੈ ਜਿਹੜਾ ਇਹ ਸਵਾਲ ਸੀਗਾ ਕਿ ਮੁਸ਼ਕਲ ਆਉਂਦੀ ਹੈ ਕਿ ਨਹੀਂ ਆਉਂਦੀ ਹੈਗੀ, ਉਹਦੇ 'ਚ ਕੀ ਹੁੰਦਾ ਹੈ ਕਿ ਤਰਨ ਜੀ ਬੇਸਿਕਲੀ ਜਦੋਂ ਅਸੀਂ ਪਲਾਨ ਖਰੀਦਦੇ ਹਾਂ ਉਸੇ ਵੇਲੇ ਹੀ ਸ਼ੁਰੂਆਤ ਹੋ ਜਾਂਦੀ ਕਿ ਦਿੱਕਤ ਹੋਵੇਗੀ ਕਿ ਨਹੀਂ ਹੋਵੇਗੀ। ਹੁਣ ਨਾਰਮਲੀ ਅੱਜ ਕੱਲ੍ਹ ਬਹੁਤ ਟ੍ਰੈਂਡ ਹੈਗਾ ਆ ਕਿ ਸੁਪਰ ਵੀਜ਼ਾ ਕਾਫੀ ਆ ਰਹੇ ਨੇ ਲੋਕ ਤੇ ਵਿਜ਼ਟਰ ਵੀਜ਼ਾ ਤੇ ਵੀ ਆ ਰਹੇ ਨੇ। ਅਸੀਂ ਉਹਨਾਂ ਨੂੰ ਸਭ ਤੋਂ ਪਹਿਲੇ ਸਵਾਲ ਪੁੱਛੀਦਾ ਕਿ ਉਮਰ ਕਿੰਨੀ ਹੈਗੀ ਆ, ਏਜ ਦੱਸ ਦਿੱਤੀ, ਫਿਰ ਇਹ ਪੁੱਛ ਲਈਦਾ ਕਿ ਤੁਹਾਡੀ ਮੈਡੀਕਲ ਕੰਡੀਸ਼ਨ ਕੀ ਹੈਗੀ ਆ। ਇੱਕ ਨਾਰਮਲ ਆਪਣੇ ਇੱਕ ਰੂਟੀਨ ਬਣਿਆ ਹੈਗਾ, ਵੈਸੇ ਕੁਝ ਨਹੀਂ ਹੈਗਾ, ਕਦੀ ਕਦਾਂ ਹੀ ਕੁਝ ਲੈ ਲਈਦਾ ਹੈਗਾ, ਕਦੀ ਕਦਾਂ ਕਿਹੜੀ ਮੈਡੀਸਿਨ ਲੈ ਲਈਦੀ ਹੈਗੀ ਹੈ ਜੀ, ਕਦੀ ਕਦਾਂ ਸ਼ੂਗਰ ਵੱਧ ਜਾਂਦੀ ਸ਼ੂਗਰ ਦੀ ਮੈਡੀਸਿਨ ਲੈ ਲਈਦੀ ਹੈ, ਜਾਂ ਕਦੀ ਕਦਾਂ ਬਲੱਡ ਪ੍ਰੈਸ਼ਰ ਵੱਧ ਜਾਂਦਾ ਬਲੱਡ ਪ੍ਰੈਸ਼ਰ ਦੀ ਮੈਡੀਸਿਨ ਲੈ ਲਈਦੀ ਹੈ। ਹੁਣ ਜੇ ਮੈਡੀਕਲੀ ਅਸੀਂ ਦੇਖਿਆ ਜਾਵੇ ਤਾਂ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਜਿਹੜੀ ਮੈਡੀਸਿਨ ਹੈ ਉਹ ਕਦੀ ਕਦਾਈ ਵਾਲੀ ਨਹੀਂ ਹੈਗੀ, ਉਹ ਰੈਗੂਲਰ ਮੈਡੀਸਿਨ ਹੈਗੀ, ਕਿਉਂਕਿ ਅਗਰ ਤੁਸੀਂ ਉਹਨੂੰ ਨਹੀਂ ਲੈਂਦੇ ਤਾਂ ਫਿਰ ਫਰਦਰ ਕੰਪਲਿਕੇਸ਼ਨਸ ਹੋਣ ਦੇ ਚਾਂਸਸ ਵੱਧ ਜਾਂਦੇ ਨੇ। ਹੁਣ ਜਦੋਂ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਅਗਰ ਤੁਸੀਂ ਪਲਾਨ ਖਰੀਦਦੇ ਹੋ, ਅਗਰ ਤੁਸੀਂ ਇਹਨੂੰ ਕਵਰੇਜ ਚਾਹੁੰਦੇ ਹੋ ਤਾਂ ਤੁਹਾਡਾ ਪ੍ਰੀਮੀਅਮ ਜ਼ਿਆਦਾ ਬਣੇਗਾ ਥੋੜਾ ਜਿਹਾ, ਅਗਰ ਨਹੀਂ ਕਵਰੇਜ ਚਾਹੁੰਦੇ ਤਾਂ ਪ੍ਰੀਮੀਅਮ ਘੱਟ ਬਣੇਗਾ। ਉਹ ਕੀ ਕਰਦੇ ਨੇ ਕਿ ਪ੍ਰੀਮੀਅਮ ਬਚਾਉਣ ਦੀ ਖਾਤਰ ਉਹ ਕਹਿੰਦੇ ਕੋਈ ਗੱਲ ਨਹੀਂ ਇਹਨੂੰ ਕਵਰੇਜ ਨੂੰ ਬਾਹਰ ਕਰ ਦਿਓ। ਹੁਣ ਇੱਥੇ ਆ ਕੇ ਅਗਰ ਉਸ ਕੰਪਲਿਕੇਸ਼ਨ ਨਾਲ, ਕਿਉਂਕਿ ਬਲੱਡ ਪ੍ਰੈਸ਼ਰ ਜਾਂ ਡਾਇਬੀਟੀਜ਼ ਦੇ ਨਾਲ ਬਹੁਤ ਕੁਝ ਹੋ ਸਕਦਾ ਹੈ, ਹਾਰਟ ਅਟੈਕ ਦਾ ਬਹੁਤ ਵੱਡਾ ਕਾਰਨ ਡਾਇਬੀਟੀਜ਼ ਵੀ ਹੈਗਾ। ਹੁਣ ਅਗਰ ਮੰਨ ਲਓ ਉਹ ਚੀਜ਼ ਹੁੰਦੀ ਹੈਗੀ ਡੈਫੀਨਿਟਲੀ ਜਦੋਂ ਕੰਪਨੀ ਨੇ ਉਸ ਦੀ ਪੜਤਾਲ ਕਰਨੀ ਹੈਗੀ ਤਾਂ ਇਹ ਜ਼ਰੂਰ ਦੇਖੀ ਜਾਵੇਗੀ ਚੀਜ਼ ਕੀ ਹੈ ਆਲਰੇਡੀ ਐਗਜ਼ਿਸਟਿੰਗ ਹੈਗੀ ਹੈ। ਹੁਣ ਜਦੋਂ ਐਗਜ਼ਿਸਟਿੰਗ ਹੈਗੀ ਹੈ ਤਾਂ ਉਹਨਾਂ ਵੱਲੋਂ ਰੈੱਡ ਫਲੈਗ ਹੋ ਜਾਏਗਾ ਕਿ ਦੇ ਵਿਲ ਨਾਟ ਪੇ ਦਾ ਕਲੇਮ। ਹੁਣ ਇਹਦੇ ਵਿੱਚ ਵੀ ਇੱਕ ਚੀਜ਼ ਮੈਂ ਦੱਸਾਂ ਥੋੜੀ ਜਿਹੀ ਵੀ ਮਤਲਬ ਕਿ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਕਈ ਵਾਰ ਇਹ ਕਹਿੰਦੇ ਨੇ ਕਿ ਉਹਨਾਂ ਨੂੰ ਕਿੱਦਾਂ ਪਤਾ ਚੱਲੇਗਾ ਕਿ ਜੇ ਅਸੀਂ ਨਹੀਂ ਦੱਸਾਂਗੇ। ਠੀਕ ਹੈ, ਜਦੋਂ ਵੀ ਅਸੀਂ ਆਪਣੇ ਪੇਸ਼ੈਂਟ ਨੂੰ ਹਸਪੀਟਲ 'ਚ ਲੈ ਕੇ ਜਾਂਦੇ ਹਾਂ ਤਾਂ ਡਾਕਟਰ ਸਾਡੇ ਪੁੱਛਦਾ ਕਿ ਇਹਨਾਂ ਨੂੰ ਕੋਈ ਐਲਰਜੀ ਜਾਂ ਕੋਈ ਪੁਰਾਣੀ ਮੈਡੀਸਿਨ ਤਾਂ ਨਹੀਂ ਲੈ ਰਹੇ। ਉਸ ਵੇਲੇ ਸਾਡੇ ਦਿਮਾਗ ਦੇ ਵਿੱਚ ਇੰਸ਼ੋਰੈਂਸ ਨਹੀਂ ਚੱਲ ਰਹੀ ਹੁੰਦੀ, ਸਾਡੇ ਦਿਮਾਗ 'ਚ ਸਿਰਫ ਇਹ ਚੱਲ ਰਿਹਾ ਹੁੰਦਾ ਕਿ ਅਸੀਂ ਪੇਸ਼ੈਂਟ ਨੂੰ ਬਚਾਉਣਾ ਹੈ। ਜਦੋਂ ਪੇਸ਼ੈਂਟ ਨੂੰ ਬਚਾਉਣਾ ਅਸੀਂ ਹਰ ਚੀਜ਼ ਉਹ ਦੱਸਦੇ ਹਾਂ ਜਿਹੜੀ ਪੇਸ਼ੈਂਟ ਨੂੰ ਬਚਾ ਸਕਦੀ ਹੈਗੀ ਤੇ ਦੈਟ ਬਿਕਮਸ ਅ ਹਿਸਟਰੀ ਓਵਰ देयर।
ਹੁਣ ਜਦੋਂ ਕੰਪਨੀ ਡਾਕਟਰ ਨੇ ਲਿਖ ਦਿੱਤਾ ਕਿ ਹਾਂ ਇਹ ਵਿਅਕਤੀ ਇੰਨੀ ਦੇਰ ਤੋਂ ਇਹ ਮੈਡੀਸਿਨ ਲੈ ਰਿਹਾ ਸੀਗਾ, ਹੁਣ ਕਲੇਮ ਦੇ ਵਿੱਚ ਦਿੱਕਤ ਹੋਵੇਗੀ। ਸੋ ਇਸ ਕਰਕੇ ਦਰਸ਼ਕਾਂ ਨੂੰ ਤਾਂ ਇਹ ਅਪੀਲ ਹੈਗੀ ਕਿ ਜਦੋਂ ਇਹ ਸਵਾਲ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਅਗਰ ਕੋਈ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈਗੀ ਆ ਤੇ ਉਹ ਆਪਣੇ ਪੇਰੈਂਟਸ ਨੂੰ ਇਹ ਜ਼ਰੂਰ ਪੁੱਛਣ। ਕਈ ਵਾਰ ਕੀ ਹੁੰਦਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਪੇਰੈਂਟਸ ਹੁਣ ਕਿਹੜੀ ਦਵਾਈ ਲੈ ਰਹੇ ਨੇ, ਸੋ ਦੇ ਸ਼ੁੱਡ ਸਪੈਸੀਫਿਕਲੀ ਆਸਕ ਵੀ ਕਿਹੜੀ ਮੈਡੀਸਿਨ ਲੈ ਰਹੇ ਨੇ, ਕੀ ਡੋਸੇਜ ਹੈਗੀ ਆ, ਕਿੰਨੀ ਦਵਾਈ ਲੈ ਰਹੇ ਨੇ, ਉਹਦਾ ਨਾਮ ਕੀ ਹੈਗਾ, ਬ੍ਰਾਂਡ ਨੇਮ ਕੀ ਹੈਗਾ। ਐਟਲੀਸਟ ਜਦੋਂ ਤੁਸੀਂ ਉਹ ਪਾਲਿਸੀ ਪਰਚੇਜ਼ ਕਰੋ ਤੇ ਕੰਪਨੀ ਨੂੰ ਇਸ ਚੀਜ਼ ਦਾ ਪਤਾ ਹੋਵੇ ਕਿ ਤੁਹਾਨੂੰ ਆਲਰੇਡੀ ਇਹ ਪ੍ਰੋਬਲਮ ਹੈਗੀ ਆ, ਅਗਰ ਤੁਸੀਂ ਐਕਸਟਰਾ ਪੇ ਕਰ ਰਹੇ ਹੋ ਤਾਂ ਕੰਪਨੀ ਉਹਨੂੰ ਕਵਰ ਕਰ ਰਹੀ ਹੈਗੀ ਆ ਤੇ ਫਿਰ ਕਵਰੇਜ ਕਲੇਮ ਮਿਲਣ ਦੇ ਵਿੱਚ ਕੋਈ ਦਿੱਕਤ ਨਹੀਂ ਹੋ ਸਕਦੀ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜੇਕਰ ਬਾਹਰਲੇ ਮੁਲਕ ਤੋਂ ਕੋਈ ਕੈਨੇਡਾ ਵਿੱਚ ਆਉਂਦਾ ਹੈ ਤੇ ਉਹ ਇੱਕ ਵਿਜ਼ਿਟਰ ਆ ਤੇ ਇੱਥੇ ਜੇ ਕੋਈ ਬਾਈ ਚਾਂਸ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ ਤੇ ਐਟਲੀਸਟ ਉਹਨੂੰ ਕਵਰ ਹੋਣਾ ਚਾਹੀਦਾ, ਇੰਸ਼ੋਰੈਂਸ ਚਾਹੀਦੀ ਆ। ਇਸੇ ਤਰੀਕੇ ਨਾਲ ਜੇਕਰ ਕੈਨੇਡੀਅਨਸ ਚਾਹੇ ਉਹ ਪੀਆਰ ਹੋਲਡਰਸ ਨੇ ਚਾਹੇ ਉਹ ਸਿਟੀਜ਼ਨਸ ਨੇ, ਦੋ ਉਹਨਾਂ ਦੇ ਕੋਲ ਜਿਵੇਂ ਓਨਟਾਰੀਅਨਸ ਨੇ ਤਾਂ ਉਹਨਾਂ ਕੋਲ ਉਹ ਬਣਿਆ ਹੁੰਦਾ ਆ, ਸੋ ਕੀ ਉਹਨਾਂ ਨੂੰ ਵੀ ਲੋੜ ਪੈਂਦੀ ਹੈ ਜੇ ਉਹ ਕਿਤੇ ਬਾਹਰ ਟਰੈਵਲ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕੋਈ ਐਵੇਂ ਦੀ ਇੰਸ਼ੋਰੈਂਸ ਚਾਹੀਦੀ ਹੈ? ਡੈਫੀਨਿਟਲੀ ਜੀ, ਕਿਉਂਕਿ ਇਹ ਵੀ ਇੱਕ ਮਿਸਕਨਸੈਪਸ਼ਨ ਹੈਗਾ ਕਿ ਮੇਰੇ ਕੋਲ OHIP ਹੈਗਾ ਤਾਂ ਮੈਂ ਸਾਰੇ ਵਰਲਡ 'ਚ ਕਵਰ ਹੈਗਾ। डेफिनेटली आई एम कवर्ड, पर कई ऐसी चीज़ें हैं ਜਿਹੜੀ OHIP कार्ड नहीं कवर करता, और कई ऐसी चीज़ें हैं ਜਿਹੜੀਆਂ ਕਿ ਅਗਰ ਮੰਨ ਲਓ ਮੇਰੇ ਕੋਲ OHIP कार्ड ਯਾਨੀ ਕਿ ਓਨਟਾਰੀਓ ਹੈਲਥ ਇੰਸ਼ੋਰੈਂਸ ਕਾਰਡ ਹੈਗਾ ਤੇ ਉਹ ਓਨਟਾਰੀਓ ਨੂੰ ਤਾਂ ਕਵਰ ਕਰੇਗਾ ਪਰ ਅਲਬਰਟਾ ਜਾਂ ਹੋਰ ਕਿਸੇ ਪ੍ਰੋਵਿੰਸ 'ਚ ਕਵਰ ਨਹੀਂ ਕਰੇਗਾ, ਉਹ ਚੀਜ਼ਾਂ ਐਕਸਕਲੂਡ ਹੋ ਜਾਣਗੀਆਂ। ਫੋਰ ਐਗਜ਼ਾਮਪਲ ਐਂਬੂਲੈਂਸ ਹੈਗੀ ਆ, ਮੈਨੂੰ ਇੱਥੇ ਐਂਬੂਲੈਂਸ $45 'ਚ ਮਿਲਦੀ ਹੈਗੀ ਹੈ, ਲੇਕਿਨ ਬਾਹਰ ਅਲਬਰਟਾ ਜਾਂ ਕਿਤੇ ਹੋਰ ਜਾਵਾਂਗੇ ਤਾਂ ਮੈਨੂੰ $45 ਨਹੀਂ, ਆਈ ਹੈਵ ਟੂ ਪੇ ਮੋਰ ਫॉर दैट। ਕਈ ਹੋਰ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਉੱਥੇ ਲੈਬ ਟੈਸਟ ਜਾਂ ਕਈ ਐਸੀਆਂ ਚੀਜ਼ਾਂ ਜਿਹਦੇ ਲਈ ਮੈਨੂੰ OHIP ਕਾਰਡ ਤੋਂ ਪਰਮਿਸ਼ਨ ਚਾਹੀਦੀ ਹੈ ਜਾਂ OHIP ਕਾਰਡ ਦੇ ਹਿਸਾਬ ਨਾਲ ਹੀ ਉਹ ਮਿਲੇਗੀ। ਹੁਣ ਜਦੋਂ ਮੈਂ ਆਊਟ ਆਫ ਕੰਟਰੀ ਜਾਣਾ ਹੈਗਾ, ਪਿੱਛੇ ਜੇ ਇਹ ਹੋਇਆ ਸੀਗਾ ਸਰਕਾਰ ਦਾ ਫੈਸਲਾ ਸੀਗਾ ਕਿ ਕੈਨੇਡਾ ਮਤਲਬ ਓਨਟਾਰੀਓ ਤੋਂ ਬਾਹਰ OHIP ਕਾਰਡ ਕੰਮ ਨਹੀਂ ਕਰੇਗਾ, ਲੇਕਿਨ ਫਿਰ ਉਹ ਫੈਸਲਾ ਰਿਵਰਸ ਕਰ ਲਿਆ ਗਿਆ। ਹੁਣ ਇਹ ਚੀਜ਼ ਹੈਗੀ ਕਿ ਅਗਰ ਮੰਨ ਲਓ ਇੰਡੀਆ ਅਸੀਂ ਜਾਂਦੇ ਹੈਗੇ ਹੈ ਨਾ, ਮੈਂ ਇੰਡੀਆ ਦੀ ਗੱਲ ਕਰਾਂਗਾ ਕਿਉਂਕਿ ਬਹੁਤ ਸਾਰੇ ਸਰੋਤੇ ਇੰਡੀਆ ਜਾਂ ਪਾਕਿਸਤਾਨ ਤੋਂ ਹੈਗੇ ਨੇ, ਤੇ ਇਹ ਹੈਗਾ ਕਿ ਜੇ ਮੰਨ ਲਓ ਆਪਣੇ ਮੁਲਕ 'ਚ ਅਸੀਂ ਜਾਂਦੇ ਹੈਗੇ, ਹੁਣ ਉੱਥੇ ਕੀ ਹੈਗਾ ਕਿ ਅਗਰ ਉੱਥੇ ਕੋਈ ਟ੍ਰੀਟਮੈਂਟ ਕਰਨੀ ਪੈ ਜਾਂਦੀ ਹੈ, ਐਮਰਜੈਂਸੀ ਟ੍ਰੀਟਮੈਂਟ ਹੈਗੀ, ਡੈਫੀਨਿਟਲੀ OHIP ਕਾਰਡ ਨੇ ਇੱਕ ਲਿਮਿਟ ਬਣਾਈ ਹੋਈ ਹੈਗੀ ਹੈ ਕਿ ਇਸ ਲਿਮਿਟ ਤੱਕ ਜਿਹੜਾ ਹੈਗਾ ਰੀਇੰਬਰਸਮੈਂਟ ਤੁਹਾਨੂੰ ਆ ਕੇ ਮਿਲ ਜਾਵੇਗੀ। ਤੁਸੀਂ ਉੱਥੇ ਖਰਚਾ ਕਰ ਲਿਆ, ਕੋਈ ਟ੍ਰੀਟਮੈਂਟ ਹੋ ਗਈ, ਤੁਸੀਂ ਟ੍ਰੀਟਮੈਂਟ ਕਰਕੇ ਇੱਥੇ ਵਾਪਸ ਆ ਗਏ ਤੇ ਯੂ ਪੁੱਟ ਯੂਰ ਬਿਲ ਟੂ ਦ OHIP ਐਂਡ ਤੁਹਾਨੂੰ ਪੈਸੇ ਵਾਪਸ ਮਿਲ ਜਾਂਦੇ ਆ। ਪਰ ਬਹੁਤ ਸਾਰੀਆਂ ਚੀਜ਼ਾਂ ਤੋਂ ਲਿਮਿਟ ਹੈਗੀ ਕਿ ਇਹ ਇੰਨਾ ਹੀ ਹੋਵੇਗਾ, ਤੇ ਪਲੱਸ ਇਹ ਹੈਗਾ ਕਿ ਉਸ ਤੋਂ ਬਾਅਦ ਕਈ ਐਸੀਆਂ ਮਤਲਬ ਪ੍ਰੋਸੀਜਰਸ ਹੈਗੇ ਜਿਨ੍ਹਾਂ ਨੂੰ ਨਾ ਹੈਗੀ ਹੈ ਵੀ ਇਦਾਂ ਨਹੀਂ ਹੋ ਸਕਦਾ। ਇਟ ਮੀਨਸ ਤੁਹਾਨੂੰ ਪਹਿਲੇ ਪਰਮਿਸ਼ਨ ਲੈਣੀ ਪਵੇਗੀ ਜਾਂ ਤੁਹਾਨੂੰ ਉਹਦੀ ਰੀਇੰਬਰਸਮੈਂਟ ਨਹੀਂ ਮਿਲੇਗੀ। ਇਸ ਕਰਕੇ ਹਮੇਸ਼ਾ ਇਹ ਚੀਜ਼ ਹੈਗੀ ਕਿ ਵੈਨਐਵਰ ਯੂ ਗੋ ਆਊਟ, ਤੁਸੀਂ ਪ੍ਰੋਵਿੰਸ ਛੱਡਦੇ ਹੋ ਤੇ ਉਸ ਵੇਲੇ ਤੁਹਾਡੇ ਕੋਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ। ਔਰ ਗਵਰਨਮੈਂਟ ਦੀ ਵੈਬਸਾਈਟ ਵੀ ਬਾਰ-ਬਾਰ ਇਹੀ ਗੱਲ ਕਰਦੀ, ਅਗਰ ਤੁਸੀਂ OHIP ਦੀ ਵੈਬਸਾਈਟ ਦੇਖੋ ਹਮੇਸ਼ਾ ਉੱਥੇ ਲਿਖਿਆ ਹੋਵੇਗਾ ਕਿ ਵੈਨਐਵਰ ਯੂ ਆਰ ਟਰੈਵਲਿੰਗ ਆਊਟਸਾਈਡ ਬਾਏ ਅ ਪਰਸਨਲ ਟਰੈਵਲ ਇੰਸ਼ੋਰੈਂਸ। ਨੰਬਰ 1 ਸੈਕੰਡ ਇਹ ਚੀਜ਼ ਹੈ, ਜਦੋਂ ਅਸੀਂ ਟਰੈਵਲ ਇੰਸ਼ੋਰੈਂਸ ਲੈ ਕੇ ਬੀਇੰਗ ਅ ਕੈਨੇਡੀਅਨ ਮੈਂ ਬਾਹਰ ਜਾਣਾ ਹੈਗਾ ਤਾਂ ਮੈਨੂੰ ਸਿਰਫ ਇਹ ਨਹੀਂ ਹੈਗਾ ਕਿ ਮੈਡੀਕਲ ਐਮਰਜੈਂਸੀ ਮੈਡੀਕਲ ਹੈ, ਮੇਰਾ ਬੈਗੇਜ ਲਾਸ ਹੋ ਗਿਆ, ਮੇਰਾ ਪਾਸਪੋਰਟ ਲਾਸ ਹੋ ਗਿਆ, ਮੇਰਾ ਮਨੀ ਲਾਸ ਹੋ ਗਿਆ, ਮੇਰੀ ਟ੍ਰਿਪ ਕੈਂਸਲੇਸ਼ਨ ਹੋ ਗਈ, ਟ੍ਰਿਪ ਡਿਲੇ ਹੋ ਗਈ, ਇਹ ਸਾਰੀਆਂ ਚੀਜ਼ਾਂ ਵੀ ਇਸ ਪਾਲਿਸੀ 'ਚ ਕਵਰ ਹੋ ਸਕਦੀਆਂ ਨੇ। ਠੀਕ ਹੈ, ਸੋ ਇਟ ਕੈਨ ਹੈਪਨ ਈਵਨ ਬੈਗੇਜ ਹੈਗਾ, ਮੰਨ ਲਓ ਮੈਨੂੰ ਬੈਗੇਜ ਲੇਟ ਮਿਲਦਾ ਹੈਗਾ, ਆਈ ਕੈਨ ਗੈਟ ਕੰਪਨਸੇਸ਼ਨ ਫॉर दैट ਟੂ। ਸੋ ਇਸ ਕਰਕੇ ਜਿਹੜੀ ਅਸੀਂ ਇੱਥੋਂ ਪਲਾਨ ਲੈਣੇ ਹੈਗੇ ਆ, ਕੈਨੇਡੀਅਨਸ ਜਿਹੜੇ ਆਊਟਸਾਈਡ ਜਾਂਦੇ ਨੇ ਉਹਨਾਂ ਨੂੰ ਇੱਕ ਹੁਣ ਮੈਂ ਰੀਸੈਂਟ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਕਿ ਜਸਟ ਆਈ ਗਾਟ ਟੂ ਨੋ ਅਬਾਊਟ ਕਿ ਇੱਕ ਵਿਅਕਤੀ ਇੱਥੋਂ ਕੈਨੇਡਾ 'ਚ ਗਏ ਤਾਂ 3 ਦਿਨ ਦੀ ਉਹਨਾਂ ਦੀ ਜਿਹੜੀ ਹੈਗੀ ਹੈ ਟ੍ਰੀਟਮੈਂਟ ਪਰ ਡੇ $85,000 ਜਿਹੜੇ ਹੈਗੇ ਪਰ ਡੇ ਦਾ ਖਰਚਾ ਸੀ, ਤੇ 3 ਦਿਨਾਂ ਦੀ ਉਹਨਾਂ ਦੀ ਜਿਹੜੀ ਹੈਗੀ ਇੰਸ਼ੋਰੈਂਸ, ਕਿਉਂਕਿ ਜਿਹੜੀ ਇੰਸ਼ੋਰੈਂਸ ਦੀ ਕਵਰੇਜ ਹੈਗੀ ਬੜੀ ਐਕਸਟੈਂਸਿਵ ਹੁੰਦੀ ਹੈ, ਤਕਰੀਬਨ $10 ਮਿਲੀਅਨ ਤੱਕ ਦੀ ਕਵਰੇਜ ਜਦੋਂ ਐਸੇ ਕੈਨੇਡੀਅਨ ਇੱਥੋਂ ਜਾਂਦੇ ਨੇ ਤਾਂ $10 ਮਿਲੀਅਨ ਤੱਕ ਦੀ ਉਹਨਾਂ ਨੂੰ ਕਵਰੇਜ ਮਿਲ ਜਾਂਦੀ ਹੈਗੀ। ਸੋ ਇਹ ਹੈਗਾ ਕਿ ਦੈਟ ਵਾਸ ਕਵਰਡ ਅੰਡਰ ਦੈਟ। ਪਰ ਹੁਣ ਜੇ ਮੰਨ ਲਓ ਇੰਸ਼ੋਰੈਂਸ ਨਹੀਂ ਹੈਗੀ ਤੇ OHIP ਕਾਰਡ ਨੇ ਉਹਨਾਂ ਕਵਰ ਨਹੀਂ ਕਰਨਾ ਹੈ। ਬਿਲਕੁਲ। ਸੋ ਇਟ ਇਜ਼ ਆਲਵੇਜ਼ ਰეკਮੈਂਡਡ ਕਿ ਅਗਰ ਤੁਸੀਂ ਪ੍ਰੋਵਿੰਸ ਨੂੰ ਛੱਡਦੇ ਹੋ, ਕਿਉਂਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਅਕਸਰ ਪ੍ਰੋਵਿੰਸ ਦੇ ਵਿੱਚ ਆਉਂਦੇ ਜਾਂਦੇ ਨੇ, ਤੇ ਇਦਾਂ ਦੀਆਂ ਪਾਲਿਸੀਜ਼ ਹੈਗੀਆਂ ਨੇ ਵੇਅਰ ਯੂ ਡੋਂਟ ਹੈਵ ਟੂ ਪੇ ਮੱਚ। ਤੁਸੀਂ ਸਾਲ ਦੀ ਇਕੱਠੀ ਪਾਲਿਸੀ ਬਾਏ ਕਰ ਲੈਂਦੇ ਹੋ, ਜਿੰਨੀ ਵਾਰ ਤੁਸੀਂ ਆਉਂਦੇ ਜਾਂਦੇ ਹੋ ਤੁਹਾਨੂੰ ਉਹਨੂੰ ਮਲਟੀ ਟ੍ਰਿਪ ਪਲਾਨ ਕਹਿੰਦੇ ਹੈਗੇ ਆ, ਯਾਨੀ ਕਿ ਤੁਸੀਂ ਇੱਕ ਵਾਰ ਪਲਾਨ ਪਰਚੇਜ਼ ਕਰ ਲਿਆ। ਫੋਰ ਐਗਜ਼ਾਮਪਲ ਜਿਹੜੇ ਆਪਣੇ ਟਰੱਕਰ ਸਾਥੀ ਹੈਗੇ ਨੇ ਜਿਹੜੇ US ਜਾਂਦੇ ਨੇ, ਉਹ ਇੱਕ ਵਾਰ ਪਲਾਨ ਮਤਲਬ ਪੇ ਕਰਦੇ ਨੇ ਉਸ ਪਲਾਨ ਦਾ, ਤੇ ਜਦੋਂ ਉਹ ਜਿੰਨੀ ਵਾਰੀ US ਮਤਲਬ ਕੈਨੇਡਾ ਦੇ ਬਾਰਡਰ ਤੋਂ ਬਾਹਰ ਜਾਂਦੇ ਨੇ ਉਹਨਾਂ ਦੀ ਇੰਸ਼ੋਰੈਂਸ ਸ਼ੁਰੂ ਹੋ ਜਾਂਦੀ ਹੈ। ਜਦੋਂ ਕੈਨੇਡਾ ਦੇ ਬਾਰਡਰ ਦੇ ਵਿੱਚ ਅੰਡਰ ਆਉਂਦੇ ਨੇ ਤੇ ਉਹਨਾਂ ਦੀ ਪਾਲਿਸੀ ਬੰਦ ਹੋ ਜਾਂਦੀ, ਯਾਨੀ ਕਿ ਉਹ ਬੰਦ ਤੇ ਸ਼ੁਰੂ ਹੁੰਦੀ ਰਹਿੰਦੀ, ਮਲਟੀ ਟ੍ਰਿਪ ਉਹਨੂੰ ਕਹਿੰਦੇ ਨੇ। ਐਟਲੀਸਟ ਦੇ ਹੈਵ ਦ ਕਵਰੇਜ ਕਿ ਅਗਰ ਉਹ ਉੱਥੇ ਜਾ ਕੇ ਕੋਈ ਵੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ, ਫੋਰ ਐਗਜ਼ਾਮਪਲ ਕਈ ਵਾਰ 에ਅਰ ਲਿਫਟ ਕਰਨਾ ਪੈ ਜਾਂਦਾ ਹੈ ਪੈਸੇ ਉਹਨੂੰ ਪੇਸ਼ੈਂਟ ਨੂੰ, ਹੁਣ OHIP ਕਾਰਡ ਉਹਨੂੰ ਕਵਰ ਨਹੀਂ ਕਰਦਾ ਜਾਂ ਗਵਰਨਮੈਂਟ ਦਾ ਉਹਨੂੰ ਕਵਰ ਨਹੀਂ ਕਰਦਾ ਕੋਈ ਵੀ ਪ੍ਰੋਗਰਾਮ, ਤੇ ਫਿਰ ਉਹ ਐਂਬੂਲੈਂਸ ਜਿਹੜੀ ਹੈ 에ਅਰ ਐਂਬੂਲੈਂਸ ਹੈ, ਦੈਟ ਇਜ਼ ਵੈਰੀ ਕਾਸਟਲੀ ਅਫੇਅਰ।
ਪਾਲਿਸੀਜ਼ ਇਸ ਚੀਜ਼ ਨੂੰ ਕਵਰ ਕਰ ਦਿੰਦੀਆਂ। ਜੀ ਬਿਲਕੁਲ, ਤੁਸੀਂ ਪਾਲਿਸੀਜ਼ ਦੀ ਗੱਲ ਕੀਤੀ, ਆਪਾਂ ਸਾਰਿਆਂ ਦੀ ਗੱਲ ਕਰਦੇ ਹਾਂ, ਇੱਥੇ ਵੱਡੀ ਗਿਣਤੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਵੀ ਆਏ ਹੋਏ ਨੇ। ਜੀ। ਸੋ ਜਦੋਂ ਆਪਾਂ ਵਿਜ਼ਟਰਸ ਦੀ ਗੱਲ ਕਰਦੇ ਹਾਂ, ਕੀ ਉਹ ਵੀ ਵਿਜ਼ਟਰ ਦੀ ਕੈਟਾਗਰੀ ਦੇ ਵਿੱਚ ਆਉਣਗੇ, ਤੇ ਜੇ ਆਉਣਗੇ ਕੀ ਵਿਜ਼ਟਰ ਇੰਸ਼ੋਰੈਂਸ ਵੀ ਉਹਨਾਂ ਦੇ ਨਾਲ ਹੀ ਸੇਮ ਹੀ ਕਵਰ ਕਰਦੀ ਹੈ? ਦੇਖੋ ਉਹਦੇ ਵਿੱਚ 2-3 ਪੜਾਅ ਹੈਗੇ ਨੇ। ਪਹਿਲਾ ਪੜਾਅ ਤਾਂ ਇਹ ਹੈਗਾ ਹੈ ਕਿ ਜਦੋਂ ਉਹ ਆਪਣਾ ਕੋਰਸ ਸ਼ੁਰੂ ਹੋਣ ਤੋਂ ਪਹਿਲੇ ਆ ਜਾਂਦੇ ਨੇ, ਕਿਉਂਕਿ ਇਹ ਨਹੀਂ ਹੁੰਦਾ ਕਿ ਜਦੋਂ ਕੋਰਸ ਸ਼ੁਰੂ ਹੋਇਆ ਤਾਂ ਉਦੋਂ ਨਹੀਂ ਆਣਗੇ। ਆਲਮੋਸਟ ਹਰ ਇੱਕ ਦੀ ਟਰਾਈ ਹੁੰਦੀ ਕਿ ਘੱਟੋ ਘੱਟ 1 ਮਹੀਨਾ ਪਹਿਲੇ ਆ ਗਏ। ਹੁਣ ਜਦੋਂ 1 ਮਹੀਨਾ ਪਹਿਲੇ ਆਏ ਨੇ ਤੇ ਇਟ ਮੀਨਸ ਕਿ ਅਜੇ ਤੱਕ ਉਹ ਕਾਲਜ ਦੇ ਵਿੱਚ ਐਨਰੋਲ ਨਹੀਂ ਹੈਗੇ, ਉਹ ਇੱਥੇ ਐਜ਼ ਅ ਵਿਜ਼ਿਟਰ ਹੈਗੇ ਨੇ। ਸੋ ਇਟ ਮੀਨਸ ਕਿ ਪਹਿਲੇ 1 ਮਹੀਨੇ ਉਹਨਾਂ ਨੂੰ ਵਿਜ਼ਿਟਰ ਇੰਸ਼ੋਰੈਂਸ ਲੈਣੀ ਚਾਹੀਦੀ ਹੈਗੀ, ਕਿਉਂਕਿ ਉਹਨਾਂ ਕੋਲ ਕੋਈ ਇੰਸ਼ੋਰੈਂਸ ਨਹੀਂ ਹੈਗੀ। ਜੇ ਆਉਂਦਾ ਹੀ ਕੁਝ ਹੋ ਜਾਂਦਾ ਹੈਗਾ ਤਾਂ ਜੀ ਇੱਕ ਚੀਜ਼ ਮੈਂ ਆਪਣੇ ਐਕਸਪੀਰੀਅੰਸ ਤੋਂ ਮੈਂ ਦੱਸਦਾ ਕਿ ਜਦੋਂ ਵੀ ਆਬੋ ਹਵਾ ਚੇਂਜ ਹੁੰਦੀ ਹੈਗੀ, ਕਿਉਂਕਿ ਅਸੀਂ ਆਪਣੇ ਮੁਲਕ 'ਚ ਆਉਂਦੇ ਔਰ ਇੱਥੇ ਆ ਕੇ ਖਾਸ ਕਰ ਜਦੋਂ ਅਸੀਂ ਸਰਦੀਆਂ ਦੇ ਵਿੱਚ ਇੱਥੇ ਲੈਂਡ ਕਰਦੇ ਹਾਂ ਤਾਂ ਆਲ ਟੂਗੇਦਰ ਬਿਲਕੁਲ ਡਿਫਰੈਂਟ ਮਾਹੌਲ ਹੁੰਦਾ ਹੈਗਾ। ਤੇ ਉਹਦੇ ਵਿੱਚ ਹੈਗਾ ਕਿ ਬਹੁਤ ਵਾਰ ਇਹ ਹੁੰਦਾ ਕਿ ਲੋਕ ਇੱਥੇ ਆ ਕੇ ਬਿਮਾਰ ਹੋ ਜਾਂਦੇ ਨੇ, ਇਮੀਡੀਏਟਲੀ ਬਿਮਾਰ ਹੋ ਜਾਂਦੇ ਨੇ। ਹੁਣ ਅਗਰ ਇੰਸ਼ੋਰੈਂਸ ਹੈਗੀ ਤਾਂ ਐਟਲੀਸਟ ਯੂ ਕੈਨ ਰਾਈਟ ਅਵੇ ਗੋ ਟੂ ਦ ਡਾਕਟਰ, ਤੁਹਾਨੂੰ ਪਤਾ ਹੈਗਾ ਕਿ ਰੀਇੰਬਰਸਮੈਂਟ ਜਿਹੜੀ ਹੈਗੀ ਤੁਹਾਨੂੰ ਮਿਲ ਜਾਣੀ ਹੈਗੀ, ਜਾਂ ਐਮਰਜੈਂਸੀ ਹੋਈ ਤਾਂ ਤੁਸੀਂ ਹਸਪੀਟਲ ਜਾ ਸਕਦੇ ਹੋ। ਸੋ ਪਹਿਲੇ 1 ਮਹੀਨਾ ਜਾਂ ਜਿੰਨੇ ਦਿਨ ਤੁਸੀਂ ਹੈਗੇ ਹੋ, ਕਿਉਂਕਿ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਲੰਬੇ ਸਮੇਂ ਦੀ ਇੰਸ਼ੋਰੈਂਸ ਲੈਣੀ ਹੈ। ਅਗਰ ਤੁਹਾਨੂੰ ਲੱਗਦਾ ਕਿ 15 ਜਾਂ 20 ਦਿਨਾਂ ਬਾਅਦ ਤੁਹਾਡਾ ਕਾਲਜ ਸ਼ੁਰੂ ਹੋਣਾ ਤਾਂ 15 ਜਾਂ 20 ਦਿਨ ਦੀ ਇੰਸ਼ੋਰੈਂਸ ਵੀ ਤੁਸੀਂ ਲੈ ਸਕਦੇ ਹੋ, ਉਸ ਨਾਲ ਵਿਜ਼ਿਟਰ ਇੰਸ਼ੋਰੈਂਸ ਹੋਏਗੀ। ਪਰ ਆਮ ਤੌਰ ਤੇ ਸਟੂਡੈਂਟਸ ਦਾ ਜਦੋਂ ਕਹਿੰਦੇ ਆ ਤਾਂ ਕਿਹਾ ਜਾਂਦਾ ਕਿ ਕਾਲਜ ਵੱਲੋਂ ਆਲਰੇਡੀ ਇੰਸ਼ੋਰੈਂਸ ਕਰਵਾਈ ਹੁੰਦੀ ਆ, ਪਰ ਉਹ ਕਾਲਜ ਵੱਲੋਂ ਕਦੋਂ ਸ਼ੁਰੂ ਹੋਏਗੀ? ਜਦੋਂ ਸਟੱਡੀ ਸ਼ੁਰੂ ਹੋਣਗੀਆਂ। ਤੁਹਾਡਾ ਕਾਲਜ ਦਾ ਸ਼ੁਰੂ ਨਹੀਂ ਹੋਇਆ ਕਿਉਂਕਿ ਤੁਸੀਂ 1 ਮਹੀਨਾ ਪਹਿਲੇ ਆ ਚੁੱਕੇ ਹੋ ਨਾ, ਤੇ ਤੁਹਾਡੀ ਕਵਰੇਜ ਕਦੋਂ ਸ਼ੁਰੂ ਹੋਣੀ ਹੈ? ਜਦੋਂ ਕਾਲਜ ਦਾ ਸੈਸ਼ਨ ਸ਼ੁਰੂ ਹੋਵੇਗਾ। ਸੋ ਇਟ ਮੀਨਸ ਵੀ ਪਹਿਲੇ 10 ਦਿਨ 15 ਦਿਨ ਜਾਂ 1 ਮਹੀਨਾ ਜਦੋਂ ਤੁਸੀਂ ਆ ਚੁੱਕੇ ਤੁਹਾਡਾ ਸੈਸ਼ਨ ਸ਼ੁਰੂ ਨਹੀਂ ਹੈਗਾ, ਇਟ ਮੀਨਸ ਯੂ ਆਰ ਨਾਟ ਕਵਰਡ ਅੰਡਰ ਦੈਟ। ਸੈਕੰਡ ਇਹ ਚੀਜ਼ ਹੈ ਕਿ ਜਦੋਂ ਡ੍ਰੌਪ ਹੁੰਦਾ ਹੈਗਾ, ਹੁਣ ਡ੍ਰੌਪ ਜਿਹੜਾ ਹੈਗਾ ਲਗਭਗ ਹਰ ਸਟੂਡੈਂਟ ਇੱਕ ਡ੍ਰੌਪ ਤਾਂ ਲੈਂਦਾ ਹੀ ਹੈਗਾ। ਹੁਣ ਜਦੋਂ ਡ੍ਰੌਪ ਹੈਗਾ ਤੇ ਡ੍ਰੌਪ ਦੇ ਵਿੱਚ, ਕਿਉਂਕਿ ਡ੍ਰੌਪ 'ਚ ਤੁਸੀਂ ਫੀ ਨਹੀਂ ਪੇ ਕਰ ਰਹੇ, ਹੁਣ ਡ੍ਰੌਪ 'ਚ ਅਗਰ ਫੀ ਨਹੀਂ ਪੇ ਕੀਤੀ ਤਾਂ ਫੀ ਨਹੀਂ ਪੇ ਕੀਤੀ ਤੇ ਮਤਲਬ ਤੁਸੀਂ ਇੰਸ਼ੋਰੈਂਸ ਦਾ ਪ੍ਰੀਮੀਅਮ ਪੇ ਨਹੀਂ ਕੀਤਾ, ਤੇ ਇਟ ਮੀਨਸ ਤੁਹਾਡੀ ਕਵਰੇਜ ਨਹੀਂ ਹੈਗੀ। ਹੁਣ ਅਗਰ ਡ੍ਰੌਪ ਦੇ ਸਮੇਂ ਕੁਝ ਹੋ ਜਾਂਦਾ ਹੈਗਾ, ਔਰ ਲੈਟ ਮੀ ਟੈਲ ਯੂ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਸਟੂਡੈਂਟਸ ਦੀਆਂ, ਜਦੋਂ ਇਹਨਾਂ ਨੂੰ ਲੱਗਦਾ ਹੈਗਾ ਕਿ ਸਾਡੀ ਇੰਸ਼ੋਰੈਂਸ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਾਲਜ ਵੱਲੋਂ ਇੰਸ਼ੋਰੈਂਸ ਸੀਗੀ, ਅਸੀਂ ਡ੍ਰੌਪ ਤੇ ਹੈਗੇ, ਬਟ ਉਹ ਮਿਸਕਨਸੈਪਸ਼ਨ ਹੈਗਾ, ਕਾਲਜ ਕਵਰ ਨਹੀਂ ਕਰਦਾ। ਓਕੇ। ਥਰਡ ਸਟੇਜ ਕਦੋਂ ਆਉਂਦੀ ਹੈਗੀ? ਜਦੋਂ ਉਹਨਾਂ ਦੀ ਸਟੱਡੀ ਡਨ ਹੋ ਜਾਂਦੀ ਹੈ। ਹੁਣ ਜੇ ਕਈ ਵਾਰ ਕੀ ਹੁੰਦਾ ਕਿ ਉਹਨਾਂ ਦੀ ਸਟੱਡੀ ਡਨ ਦੇ ਨਾਲ ਹੀ ਉਹਨਾਂ ਦੀ ਇੰਸ਼ੋਰੈਂਸ ਖਤਮ ਹੋ ਜਾਂਦੀ, ਕਈ ਵਾਰ 2 ਮਹੀਨੇ ਤੱਕ ਉਹਨਾਂ ਨੂੰ ਕਵਰੇਜ ਐਕਸਟੈਂਡਡ ਮਿਲ ਜਾਂਦੀ ਹੈ, ਲੇਕਿਨ ਵਰਕ ਪਰਮਿਟ ਤੇ ਆ ਜਾਂਦੇ ਨੇ। ਹੁਣ ਵਰਕ ਪਰਮਿਟ ਦੇ ਵਿੱਚ ਇਮੀਡੀਏਟਲੀ ਉਹਨਾਂ ਨੂੰ ਕਵਰੇਜ ਨਹੀਂ ਮਿਲਦੀ। ਓਹਿਪ ਕਾਰਡ ਜਾਂ ਕੋਈ ਵੀ ਹੈਲਥ ਕਾਰਡ ਲੈਣ ਲਈ ਉਹਨਾਂ ਨੂੰ ਟਾਈਮ ਲੱਗਦਾ, ਕਿਉਂਕਿ ਹੁਣ ontario 'ਚ ਅਗਰ ਉਹਨਾਂ ਨੇ ਹੈਲਥ ਕਾਰਡ ਲੈਣਾ ਹੈਗਾ, ਇਟ ਮੀਨਸ ਦੇ ਹੈਵ ਟੂ ਵੇਟ ਫॉर 6 ਮੰਥਸ। ਓਕੇ। ਹੁਣ 6 ਮਹੀਨੇ ਤੋਂ ਬਾਅਦ ਹੀ ਉਹਨਾਂ ਨੂੰ ਮਿਲੇਗਾ। ਉਹ ਵੀ ਤਦ ਹੈਗਾ ਜੇ ਉਹਨਾਂ ਦਾ EMPLOYER ਇਹ ਲਿਖ ਕੇ ਦਿੰਦਾ ਕਿ ਕੰਟੀਨਿਊਸਲੀ ਸਾਡੇ ਕੋਲ 6 ਮਹੀਨੇ ਤੋਂ ਕੰਮ ਕਰ ਰਹੇ ਨੇ। ਇਹਦਾ ਮਤਲਬ ਕੀ ਹੈਗਾ ਕਿ ਕਾਲਜ ਦੀ ਕਵਰੇਜ ਖਤਮ ਹੋ ਗਈ, ਤੁਹਾਡੇ ਕੋਲ ਆਪਣੀ ਪਰਸਨਲ ਕਵਰੇਜ ਅਗਰ ਨਹੀਂ ਹੈਗੀ ਤਾਂ ਯੂ ਕੈਨ ਜਸਟ ਇਮੇਜਿਨ ਵੀ ਕਿੰਨਾ ਜ਼ਿਆਦਾ। ਔਰ ਰੂਟੀਨ ਦੇ ਵਿੱਚ ਆਈ ਥਿੰਕ 3 or 4 ਕਾਲਸ ਵੀ ਗੈਟ ਐਵਰੀ ਮੰਥ ਕਿ ਜਿਹਦੇ ਵਿੱਚ ਇਹ ਹੁੰਦਾ ਕਿ ਆ ਹੋ ਗਿਆ, ਕੈਨ ਵੀ ਗੈਟ ਦ ਇੰਸ਼ੋਰੈਂਸ ਨਾਓ। ਸੋ ਜਦੋਂ ਤੁਸੀਂ ਐਵੇਂ ਦੀ ਇੰਸ਼ੋਰੈਂਸ ਦੀ ਗੱਲ ਕਰਦੇ ਹੋ ਕਿ 3 ਜਾਂ 4 ਮਹੀਨੇ ਜਾਂ 6 ਮਹੀਨੇ ਦੇ ਲਈ, ਫਿਰ ਇਹਨਾਂ ਨੂੰ ਇੰਨੇ ਟਾਈਮ ਲਈ ਪ੍ਰੀਮੀਅਮ ਭਰਨਾ ਪੈਂਦਾ ਜਾਂ ਇੱਕ ਪੂਰੇ ਸਾਲ ਲਈ ਤਾਂ ਇੰਸ਼ੋਰੈਂਸ ਲੈਣੀ ਜ਼ਰੂਰੀ ਹੈ? ਨਹੀਂ, ਇਹਦੇ ਵਿੱਚ ਜਿੰਨਾ ਟਾਈਮ ਹੈਗਾ, ਈਵਨ ਇਹ ਵੀ ਚੀਜ਼ ਹੈਗੀ ਕਿ ਮੰਨ ਲਓ ਫॉर ਐਗਜ਼ਾਮਪਲ ਜਿਹਦਾ 4 ਮਹੀਨੇ ਦਾ ਉਹਨੂੰ ਲੱਗਦਾ ਹੈਗਾ ਕਿ 4 ਮਹੀਨੇ ਦੀ ਮੈਨੂੰ ਸ਼ਾਇਦ 4 ਮਹੀਨੇ ਬਾਅਦ ਮੇਰਾ ਓਹਿਪ ਕਾਰਡ ਆ ਜਾਵੇ, ਉਹ 4 ਮਹੀਨੇ ਦੀ ਇੰਸ਼ੋਰੈਂਸ ਬਾਈ ਕਰ ਲੈਂਦਾ, ਲੇਕਿਨ ਓਹਿਪ ਕਾਰਡ 2 ਮਹੀਨੇ ਬਾਅਦ ਆ ਜਾਂਦਾ ਹੈਗਾ, ਤੇ 2 ਮਹੀਨੇ ਦਾ ਜਿਹੜਾ ਉਹਨੂੰ ਪੇਮੈਂਟ ਹੈ ਵਾਪਸ ਹੋ ਜਾਏਗੀ। ਜਦੋਂ ਉਹਦਾ ਓਹਿਪ ਕਾਰਡ ਆ ਗਿਆ ਤੇ ਉਹਦੀ ਪੇਮੈਂਟ ਜਿਹੜੀ ਹੈਗੀ ਉਹਦੀ ਬਣਦੀ ਹੋਈ ਵਾਪਸ ਹੋ ਜਾਏਗੀ। ਸੋ ਜਿਨ੍ਹਾਂ ਨੇ ਹੁਣ ਜਿਵੇਂ 2 ਸਾਲ ਦਾ, ਕਿਸੇ ਨੇ ਜਿਵੇਂ ਗੱਲ ਕੀਤੀ ਹੈ ਕਿ ਆਪਾਂ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਪੇਰੈਂਟਸ ਆਏ ਸੀ ਤੇ ਉਹਨਾਂ ਨੇ ਸਾਲ ਜਾਂ 2 ਸਾਲ ਇੰਸ਼ੋਰੈਂਸ ਦਾ ਕਲੇਮ ਭਰਿਆ ਤੇ ਉਹਨਾਂ ਨੇ ਕੋਈ ਵੀ ਕਲੇਮ ਨਹੀਂ ਕੀਤਾ, ਸੋ ਕੀ ਉਹਨਾਂ ਨੂੰ ਕੁਝ ਪੈਸੇ ਉਹਦੇ ਵਿੱਚੋਂ ਵਾਪਸ ਵੀ ਹੋ ਸਕਦੇ ਆ ਜਾਂ ਫਿਰ ਨਹੀਂ? ਐਵੇਂ ਦਾ ਜੇ ਉਹ ਵਾਪਸ ਚਲੇ ਜਾਂਦੇ ਨੇ, ਡੈਫੀਨਿਟਲੀ ਇਹ ਚੀਜ਼ ਹੈ ਜਿਹੜੇ ਸੁਪਰ ਵੀਜ਼ਾ ਦੇ ਇੰਸ਼ੋਰੈਂਸ ਦੇ ਵਿੱਚ ਇਹ ਚੀਜ਼ ਹੈਗੀ ਕਿ ਅਗਰ ਮੰਨ ਲਓ ਪਹਿਲੀ ਗੱਲ ਇਹ ਕਿਉਂਕਿ ਉਹ ਵੀਜ਼ਾ ਲੱਗਣ ਤੋਂ ਪਹਿਲੇ ਤੁਸੀਂ ਇੰਸ਼ੋਰੈਂਸ ਕਰਵਾਈ ਹੈਗੀ ਹੈ, ਜੇ ਵੀਜ਼ਾ ਡਿਨਾਈਲ ਹੋ ਗਿਆ ਤਦ ਵੀ ਜਿਹੜਾ ਹੈਗਾ ਉਹ ਪੈਸੇ ਵਾਪਸ ਹੋ ਜਾਣਗੇ ਪੂਰੇ ਦੇ ਪੂਰੇ। ਜੇ ਹੁਣ ਉਹ ਇੱਥੇ ਰਹੇ ਨੇ, ਕਿਉਂਕਿ ਅਸੀਂ ਸਾਲ ਦੀ ਇੱਕ ਪ੍ਰੀਮੀਅਮ ਲਿਆ ਹੈਗਾ ਪੂਰਾ, ਲੇਕਿਨ ਉਹ 2 ਮਹੀਨੇ ਰਹਿੰਦੇ ਨੇ, 2 ਮਹੀਨੇ ਦੇ ਪੈਸੇ ਕੱਟੇ ਜਾਣਗੇ, ਬਾਕੀ ਜਿਹੜੇ ਹੈਗੇ 10 ਮਹੀਨੇ ਦੇ ਪੈਸੇ ਉਹਨਾਂ ਨੂੰ ਵਾਪਸ ਹੋ ਜਾਣਗੇ। ਸੋ ਇਹਦੇ ਵਿੱਚ ਕੋਈ ਇਦਾਂ ਨਹੀਂ, ਹਾਂ ਅਗਰ ਕਲੇਮ ਹੈਗਾ ਜਾਂ ਕਲੇਮ ਹੋ ਚੁੱਕਾ ਜਾਂ ਤੁਸੀਂ ਲੈਣ ਦੀ ਮਤਲਬ ਉਹ ਐਪਲੀਕੇਸ਼ਨ ਗਈ ਹੋਈ ਹੈ ਤੇ ਉਹ ਇਨ ਬਿਟਵੀਨ ਵਾਪਸ ਚਲੇ ਜਾਂਦੇ, ਫਿਰ ਉਹ ਰਕਮ ਵਾਪਸ ਨਹੀਂ ਹੋਵੇਗੀ। ਪਰ ਅਗਰ ਉਸ ਪਾਲਿਸੀ ਤੇ ਕਲੇਮ ਨਹੀਂ ਹੈਗਾ, ਡੈਫੀਨਿਟਲੀ ਐਵਰੀਥਿੰਗ ਵਿਲ ਬੀ ਪੇਡ ਬੈਕ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਕੁਝ ਕੰਡੀਸ਼ਨਸ ਇਹੋ ਜਿਹੀਆਂ ਹੁੰਦੀਆਂ ਨੇ ਕਿ ਐਗਜ਼ਿਸਟਿੰਗ ਕੰਡੀਸ਼ਨ ਨੂੰ ਜਿਹੜੀਆਂ ਨੇ ਪ੍ਰੀਮੀਅਮ ਕਵਰ ਨਹੀਂ ਕਰਦੇ ਹੈਗੇ, ਸੋ ਕੋਈ ਇਹੋ ਜਿਹੀਆਂ ਵੀ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਨੇ ਕਿ ਜੇ ਤੁਸੀਂ ਆਪਣੀ ਐਗਜ਼ਿਸਟਿੰਗ ਕੰਡੀਸ਼ਨ ਨੂੰ ਕਵਰ ਕਰਵਾਉਣਾ ਚਾਹੁੰਦੇ ਹੋ ਕਿ ਉਹਦੇ ਲਈ ਤੁਹਾਨੂੰ ਪਹਿਲਾਂ ਮਹੀਨੇ 2 ਮਹੀਨੇ ਲਈ ਵੇਟ ਕਰਨਾ ਪਏਗਾ ਜਾਂ ਉਹ ਬਿਲਕੁਲ ਟਾਈਮ ਦੇ ਉੱਤੇ ਨਾਲ ਦੀ ਨਾਲ ਸ਼ੁਰੂ ਹੋ ਸਕਦੀਆਂ ਨੇ? ਨਹੀਂ ਤਰਨ ਜੀ, ਇਹਦੇ ਵਿੱਚ ਜਿਹੜੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹਨ, ਹਰ ਕੰਪਨੀ ਨੇ ਇੱਕ ਕ੍ਰਾਈਟੇਰੀਆ ਬਣਾਇਆ ਹੋਇਆ ਹੈਗਾ ਕਿ ਕੰਪਨੀ ਆਪਣੇ ਰਿਸਕ ਦੇ ਮੁਤਾਬਕ ਕੋਈ 90 ਦਿਨ ਦਾ ਵੇਟਿੰਗ ਪੀਰੀਅਡ ਲੈਂਦੇ ਹੈ, ਕੋਈ 180 ਡੇਜ਼ ਆ, ਕੋਈ 365 ਡੇਜ਼ ਆ। ਇਹਦਾ ਮਤਲਬ ਕੀ ਹੈਗਾ ਕਿ ਜਿਹੜੀ ਕੰਡੀਸ਼ਨ ਲਈ ਤੁਸੀਂ ਆਪਣੇ ਆਪ ਨੂੰ ਇੰਸ਼ੋਰ ਕਰਵਾ ਰਹੇ ਹੋ ਉਹ ਪਿਛਲੇ 90 ਦਿਨਾਂ ਤੋਂ ਜਾਂ ਪਿਛਲੇ 6 ਮਹੀਨੇ ਤੋਂ ਜਾਂ ਸਾਲ ਤੋਂ ਸਟੇਬਲ ਹੋਣੀ ਚਾਹੀਦੀ। ਸਟੇਬਲ ਦਾ ਮਤਲਬ ਹੈਗਾ ਕਿ ਤੁਹਾਡਾ ਜਿਹੜਾ ਡੋਜ਼ ਹੈਗਾ, ਭਾਵੇਂ ਤੁਸੀਂ 2 ਦਵਾਈਆਂ ਲੈ ਰਹੇ ਹੋ ਜਾਂ 4 ਲੈ ਰਹੇ ਹੋ, ਡਸਨਟ ਮੈਟਰ, ਲੇਕਿਨ ਉਹਨਾਂ ਦਾ ਡੋਜ਼ ਚੇਂਜ ਨਹੀਂ ਹੋਇਆ ਹੋਣਾ ਚਾਹੀਦਾ। ਅਗਰ
ਅਗਰ ਉਹਦੇ ਚ ਉੱਪਰ ਥੱਲੇ ਹੁੰਦਾ ਹੈਗਾ ਤਾਂ ਡੈਫੀਨਿਟਲੀ ਉਹਨੂੰ ਸਟੇਬਲ ਨਹੀਂ ਮੰਨਿਆ ਜਾਵੇਗਾ। ਅਗਰ ਤੁਹਾਡੀ ਉਹ ਕੰਡੀਸ਼ਨ ਸਟੇਬਲ ਹੈਗੀ ਆ ਤਾਂ ਦੈਨ ਇਟ ਮੀਨਸ ਕਿ ਯੂ ਕੈਨ ਗੈਟ ਦੈਟ ਕਵਰੇਜ। ਹੁਣ ਉਸ ਕਵਰੇਜ ਦਾ ਮਤਲਬ ਕੀ ਹੈਗਾ ਕਿ ਉਸ ਕੰਡੀਸ਼ਨ ਦੇ ਕਰਕੇ, ਫੋਰ ਐਗਜ਼ਾਮਪਲ ਜਦੋਂ ਮੈਂ ਡਾਇਬੀਟੀਜ਼ ਦੀ ਗੱਲ ਕੀਤੀ ਸੀ, ਡਾਇਬੀਟੀਜ਼ ਕੈਨ ਲੀਡ ਟੂ ਹਾਰਟ ਅਟੈਕ। ਹੁਣ ਡਾਇਬੀਟੀਜ਼ ਦੇ ਤੁਸੀਂ ਮੈਂਸ਼ਨ ਕਰਤਾ ਕਿ ਆਈ ਐਮ ਅ ਡਾਇਬੈਟਿਕ, ਤੇ ਉਸ ਹਿਸਾਬ ਦੇ ਨਾਲ ਕੰਪਨੀ ਨੇ ਤੁਹਾਡੇ ਤੋਂ ਐਕਸਟਰਾ ਪ੍ਰੀਮੀਅਮ ਚਾਰਜ ਕੀਤਾ ਹੈਗਾ। ਹੁਣ ਅਗਰ ਉਸ ਡਾਇਬੀਟੀਜ਼ ਦੇ ਨਾਲ ਹਾਰਟ ਅਟੈਕ ਹੁੰਦਾ ਹੈਗਾ ਤਾਂ ਇਟ ਮੀਨਸ ਦੈਟ ਇਜ਼ ਕਵਰਡ। ਲੇਕਿਨ ਦੇਖਣਾ ਇਹ ਪਏਗਾ ਕਿ ਕੀ ਉਹ ਡਾਇਬੀਟੀਜ਼ ਜਿਹੜੀ ਹੈਗੀ ਪਿਛਲੇ ਸਾਲ ਤੋਂ ਉਹ ਸਟੇਬਲ ਸੀਗੀ ਕਿ ਨਹੀਂ ਸੀਗੀ। ਪਰ ਫਿਰ ਵੀ ਪਰ ਫਿਰ ਵੀ ਕੁਝ ਐਸੀਆਂ ਕੰਡੀਸ਼ਨਸ ਹੈਗੀਆਂ ਨੇ, ਜਿੱਦਾਂ ਮੰਨ ਲਓ ਕੰਜਸਟਿਵ ਹਾਰਟ ਫੇਲੀਅਰ ਹੈਗਾ ਕਿਸੇ ਨੂੰ, ਅਗਰ ਉਸ ਵਿਅਕਤੀ ਨੂੰ ਜਾਂ ਕਿਡਨੀ ਉਹਦਾ ਟ੍ਰਾਂਸਪਲਾਂਟ ਹੋਇਆ ਹੈਗਾ ਜਾਂ ਕਿਡਨੀ ਫੇਲੀਅਰ ਹੈਗਾ, ਉਹਨਾਂ ਨੂੰ ਫਿਰ ਇਹ ਪ੍ਰੀ ਐਗਜ਼ਿਸਟਿੰਗ ਕਵਰੇਜ ਬਿਲਕੁਲ ਨਹੀਂ ਮਿਲ ਸਕਦੀ। ਵੈਸੇ ਤਾਂ ਤੁਸੀਂ ਜਿਵੇਂ ਗੱਲ ਕੀਤੀ ਹੈ ਪਹਿਲਾਂ ਹੀ ਕਲੀਅਰ ਕੀਤੀ ਹੈ ਕਿ ਜਦੋਂ ਕਲੇਮ ਲੈਣਾ ਹੈ ਤੇ ਉਸ ਵੇਲੇ ਖਾਸ ਤੌਰ ਤੇ ਕੈਨੇਡੀਅਨਸ ਕੰਪਨੀ ਵੱਲੋਂ ਕੋਈ ਖਾਸ ਇਹੋ ਜਿਹੀ ਪ੍ਰੋਬਲਮਸ ਨਹੀਂ ਹੁੰਦੀ, ਪਰ ਕਿਹੜੇ ਇਹੋ ਜਿਹੇ ਮਾਮਲੇ ਨੇ ਜਦੋਂ ਡਿਨਾਈ ਕੀਤਾ ਜਾ ਸਕਦਾ ਕਲੇਮ? ਸਭ ਤੋਂ ਵੱਡਾ ਮਾਮਲਾ ਤਾਂ ਇਹੀ ਹੈਗਾ ਜਦੋਂ ਅਸੀਂ ਟਰੂਥਫੁਲੀ ਉਹ ਚੀਜ਼ ਨੂੰ ਨਹੀਂ ਦੱਸ ਸਕਦੇ। ਹੁਣ ਇਹਦੇ 'ਚ ਵੀ ਇੱਕ ਸਿਨੈਰੀਓ ਮੈਂ ਪਿੱਛੇ ਜੇ ਮੈਂ ਦੱਸਾਂ ਕਿ ਇਹੀ ਚੀਜ਼ ਹੋਈ ਕਿ ਜਦੋਂ ਪੇਰੈਂਟਸ ਨੂੰ ਪਤਾ ਚੱਲਿਆ ਕਿ ਉਹਨਾਂ ਨੂੰ ਪ੍ਰੀ ਐਗਜ਼ਿਸਟਿੰਗ ਦਾ, ਕਿਉਂਕਿ ਆਪਸ ਵਿੱਚ ਗੱਲਬਾਤ ਕੀਤੀ ਹੋਣੀ ਕਿ ਪ੍ਰੀ ਐਗਜ਼ਿਸਟਿੰਗ ਅਗਰ ਅਸੀਂ ਦੱਸਦੇ ਹੈਗੇ ਤਾਂ ਉਹਦਾ ਖਰਚਾ ਵੱਧ ਜਾਂਦਾ ਹੈਗਾ। ਉਹਨਾਂ ਨੂੰ ਲੱਗਾ ਕਿ ਅਸੀਂ ਆਪਣੇ ਬੱਚਿਆਂ ਤੋਂ ਜ਼ਿਆਦਾ ਬੋਝ ਨਹੀਂ ਪਾਉਣਾ ਹੈਗਾ, ਤੇ ਉਹਨਾਂ ਨੇ ਉਸ ਚੀਜ਼ ਨੂੰ ਛੁਪਾ ਲਿਆ ਆਪਣਾ, ਕਿਉਂਕਿ ਬੱਚਿਆਂ ਨੇ ਤਾਂ ਪੇਰੈਂਟਸ ਨੂੰ ਪੁੱਛਣਾ ਕਿ ਤੁਸੀਂ ਮੈਡੀਸਨ ਲੈ ਰਹੇ ਹੋ ਕਿ ਨਹੀਂ ਲੈ ਰਹੇ ਹੋ। ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਕੋਈ ਮੈਡੀਸਨ ਨਹੀਂ ਲੈ ਰਹੇ, ਕਿਉਂਕਿ ਨਾਰਮਲੀ ਇੱਕ ਇਹ ਗੱਲ ਹੈ ਵੀ ਜਿੱਦਾਂ ਮੈਂ ਦੱਸਦਾ ਕਿ ਸਿਰ ਦਰਦ ਨੂੰ ਜਾਂ ਕੋਈ ਚੀਜ਼ ਨੂੰ ਅਸੀਂ ਗੋਲਦੇ ਨਹੀਂ ਹੈਗੇ ਨਾ, ਜਾਂ ਰੂਟੀਨ ਦੀ ਮੈਡੀਸਨ ਨੂੰ ਅਸੀਂ ਗੋਲਦੇ ਨਹੀਂ। ਹੁਣ ਉਹਦੇ ਨਾਲ ਕੀ ਹੋਇਆ ਕਿ ਉਹ ਕਲੇਮ ਡਿਨਾਈ ਹੋ ਗਿਆ ਜਸਟ ਬਿਕੋਜ਼ ਕਿ ਉਹਨਾਂ ਨੂੰ ਉਹ ਕੰਡੀਸ਼ਨ ਸੀਗੀ ਤੇ ਉਹਨਾਂ ਨੇ ਉਹ ਕੰਡੀਸ਼ਨ ਨੂੰ ਫੁੱਲਫਿਲ ਨਹੀਂ ਕੀਤਾ, ਪ੍ਰੀ ਐਗਜ਼ਿਸਟਿੰਗ ਕਵਰੇਜ ਨੂੰ ਨਹੀਂ ਲਿਆ ਸੀ। ਸੈਕੰਡ, ਇਹ ਕੁਝ ਐਕਸਕਲੂਜਨਸ ਹੈਗੀਆਂ ਨੇ, ਜਿੱਦਾਂ ਕਿ ਮੰਨ ਲਓ ਅਸੀਂ ਸੈਲਫ ਇਨਫਲਿਕਟਡ ਇੰਜਰੀ ਹੈਗੀ ਹੈ, ਅਸੀਂ ਆਪ ਕਰੀਏ, ਜਾਂ ਇੱਕ ਹੋਰ ਚੀਜ਼ ਹੁੰਦੀ ਹੈ ਕਿ ਐਮਰਜੈਂਸੀ ਦੇ ਬਿਨਾ ਰੂਟੀਨ ਚੈੱਕਅਪ ਹੈਗਾ। ਹੁਣ ਕਈ ਵਾਰ ਸਾਨੂੰ ਸਵਾਲ ਇਹ ਪੁੱਛਿਆ ਜਾਂਦਾ ਕਿ ਤੁਸੀਂ ਇਸ ਪਲਾਨ 'ਚ ਕਵਰ ਕੀ ਕਰਦੇ ਹੋ। ਇਸ ਪਲਾਨ ਦੇ ਵਿੱਚ ਐਮਰਜੈਂਸੀ ਮੈਡੀਕਲ ਕਵਰ ਹੁੰਦਾ ਹੈਗਾ, ਐਨੀਥਿੰਗ ਦੈਟ ਨੀਡਸ ਟੂ ਬੀ ਟ੍ਰੀਟਡ ਰਾਈਟ ਨਾਓ, ਜਿਹਦਾ ਹੁਣੀ ਇਲਾਜ ਕਰਨਾ ਜ਼ਰੂਰੀ ਹੈ। ਅਗਰ ਕਿਸੇ ਚੀਜ਼ ਦਾ ਇਲਾਜ ਪਾਲਿਸੀ ਦੇ ਖਤਮ ਹੋਣ ਤੱਕ ਜਾਂ ਤੁਹਾਡੇ ਵਾਪਸ ਜਾਣ ਤੱਕ ਰੋਕਿਆ ਜਾ ਸਕਦਾ ਹੈ ਤੇ ਉਸ ਨੂੰ ਅਸੀਂ ਨਹੀਂ ਪੇ ਕਰਾਂਗੇ। ਠੀਕ ਹੈ। ਲੇਕਿਨ ਅਗਰ ਕੋਈ ਟ੍ਰੀਟਮੈਂਟ ਜਿਹੜੀ ਇਮੀਡੀਏਟਲੀ ਜ਼ਰੂਰੀ ਹੈ, ਹੁਣ ਉਹ ਬੁਖਾਰ ਵੀ ਹੋ ਸਕਦਾ ਹੈਗਾ ਤਾਂ ਕੁਝ ਵੀ ਹੋ ਸਕਦਾ ਹੈਗਾ। ਨਾਰਮਲ ਨਜ਼ਲਾ ਜ਼ੁਕਾਮ ਜਿਹੜਾ ਹੈਗਾ ਉਹਨੂੰ ਅਸੀਂ 6 ਮਹੀਨੇ ਤੱਕ ਪੋਸਟਪੋਨ ਨਹੀਂ ਕਰ ਸਕਦੇ। ਇਟ ਮੀਨਸ ਇਟ ਹੈਜ਼ ਟੂ ਬੀ ਟ੍ਰੀਟਡ, ਐਮਰਜੈਂਸੀ ਹੈਗੀ ਹੈ। ਲੇਕਿਨ ਅਗਰ ਕੋਈ ਡਿਫਾਈਨ ਬੁੱਕ ਜਾਂ ਕੋਈ ਐਸੀ ਬੁੱਕ ਹੋਵੇ ਜਿਹਦੇ ਵਿੱਚ ਡੈਫੀਨੇਸ਼ਨਸ ਦਿੱਤੀਆਂ ਹੋਣ ਵੀ ਇਹ ਐਮਰਜੈਂਸੀ, ਐਸੀ ਕੋਈ ਡੈਫੀਨੇਸ਼ਨ ਨਹੀਂ ਹੈਗੀ। anything that needs to be treated right now is an emergency ਜੀ, ਉਹ ਕੁਝ ਵੀ ਹੋ ਸਕਦਾ। ਬਿਲਕੁਲ, ਤੇ ਸਮਾਂ ਆਪਣਾ ਹੁਣ ਲਗਭਗ ਇਜਾਜ਼ਤ ਲੈਣ ਦਾ ਹੋ ਗਿਆ। ਅੱਜ ਕਾਫੀ ਵਧੀਆ ਕਨਸੈਪਟ ਆਪਾਂ ਕਲੀਅਰ ਕੀਤਾ, ਕਾਫੀ ਜਿਹੜੇ ਸਵਾਲ ਨੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੀ ਕਲੀਅਰ ਹੋਏ ਹੋਣਗੇ ਮਨ 'ਚ, ਜ਼ਿਹਨ ਦੇ ਵਿੱਚ ਜੋ ਆਏ ਹੋਏ ਸੀ। ਸੋ ਇੰਸ਼ੋਰੈਂਸ ਨੂੰ ਲੈ ਕੇ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ ਤੁਹਾਡੀਆਂ ਸਰਵਿਸਿਜ਼ ਦੀ ਗੱਲ ਕੀਤੀ ਜਾਵੇ, ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਹੋ ਤੇ ਕਦੋਂ ਕਿਵੇਂ ਕਿੱਥੇ ਕੰਟੈਕਟ ਕਰ ਸਕਦੇ ਹਾਂ? ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਜਿਹੜਾ ਸਾਡਾ ਨੰਬਰ ਹੈਗਾ 4167260307, ਜਾਂ ਫਿਰ ਸਾਡੀ ਵੈਬਸਾਈਟ ਹੈਗੀ www.truepex.ca। ਤੇ ਬਾਕੀ ਹੈ ਕਿ ਜਿਹੜੀ ਅਵੇਲੇਬਿਲਿਟੀ ਦੀ ਗੱਲ ਹੈਗੀ ਆ, ਵੀ ਆਰ ਅਵੇਲੇਬਲ 24 ਆਵਰਸ, ਜਦੋਂ ਵੀ ਤੁਸੀਂ ਸਾਨੂੰ ਆਵਾਜ਼ ਦਿਓ ਅਸੀਂ ਉੱਥੇ ਹਾਜ਼ਰ ਹਾਂ ਜੀ। ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਆਉਣ ਲਈ। ਥੈਂਕ ਯੂ ਮੈਮ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਪੈਸਾ ਤੇ ਲਾ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇੰਸ਼ੋਰੈਂਸ ਦੇ ਬਾਰੇ ਕਾਫੀ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।